ਹਾਲੇਲੂਇਆ। ਅੱਛਾ, हे परमेश्वर तेरा धन्नवाद करते हैं। तेरी हजूरी विच हर वेले डरदे ते कंबदे असी आउने आ। मेरे परमेश्वर साडे उत्ते ओ दया कर जिहड़ा कि परमेश्वर ने कहा जिहड़ा बुरा बिरछ आ वो चंगा फल नहीं दे सकदा, क्योंकि जिहड़े जिहड़े बंदे दे अंदर कपट आ वो तुहानूं कित्थों चंगी सलाह देऊगा। जिहड़े अंदर बंदे दे गालां तो सिवा कुछ नहीं, ज्ञान दीयां गल्लां कित्थों कर देऊगा। हालेलुया। ओनू ते पापी भगत ना भावे हर पूजा ना सहाए, मक्खी चंदन पर हरे जै गंद ते जाओ तो गंद ते जाके बैठदी मक्खी, ओनू चंदन थोड़ी चंगा लगता आ, गंद ही चंगा लगता आ। इस करके चंगा बिरछ अच्छा फल, भाव जिन्हां दे अंदर चंगियाई वो चंगियाई वंडणगे, जिन्हां दे अंदर बुरी बुरी गल आ वो बुरा ही वंडणगे। वो अपने आप ਨੂੰ ਚੰਗਾ ਕਹਿਣਗੇ, ਆਪਣੇ ਆਪ ਨੂੰ ਚੰਗਾ ਕਹੀ ਜਾਣਗੇ, ਆਪਣੇ ਆਪ ਨੂੰ ਸਲਾਈ ਜਾਣਗੇ। ਇਸ ਜਿਹੜਾ ਆਪਣੇ ਆਪ ਨੂੰ ਸਲਾਈ ਜਾਂਦਾ ਨਾ ਬੰਦਾ, ਸਮਝ ਲਓ ਗਲਤ ਆ। ਪਰਮੇਸ਼ਰ ਦੇ ਬਚਨ ਦੀ ਸਲਾਹਤ ਤੇ ਸਾਡੇ ਅੰਦਰ ਪਰਮੇਸ਼ਰ ਦਇਆ ਕਰੇ, ਰਹਿਮਤ ਕਰੇ, ਅਸੀਂ ਉਹਦੇ ਕਦਮਾਂ ਦੇ ਪਿੱਛੇ ਚੱਲ ਸਕੀਏ, ਸਾਡੇ ਉੱਤੇ ਮਿਹਰ ਕਰੇ। ਸਾਡੇ ਵਿੱਚ ਕੋਈ ਗੁਣ ਨਹੀਂ ਹੈਗਾ, ਉਹ ਝੱਟ परमेश्वर दे असीं साह दे प्राहुणे आ, उन्हें सानूं भेजिया होया। एक एक साह करके असीं लम्मा पंध चल के भी आ गए हैं, एक एक साह। पर जाण दी तैयारी दा चाह होना चाहिदा आ। जिथे जाना है ना, जदों इत्थों आपां जाना हुंदा किसी भी हॉलीडेआं जां किसी भी उत्थे साडे जाण पछाण वाले हुंदे आ, सानूं किन्ना ही चाह हुंदा आ। असीं हॉलीडे ਚੱਲੇ ਆ फलानिਆਂ ਦੇ ਕੋਲ, सानूं चाह हुंदा आ, सानूं जी आया करना है, सानूं एयरपोर्ट ते उन्हां लैण आउणा। पर जिथे कोई जाण पछाण ही नहीं, सानूं पता ही नहीं असीं कित्थे ਚੱਲੇ आ ते बिपता पई होई आ, तो उत्थे असीं रोंदे चीकदे ही जावांगे। जाण नूं दिल भी नहीं करदा, मुल्क दे विचों कढ दित्ता जावे तो रोंदे चीकदे विचारे आउंदे आ ना। पता ही नहीं अगे कित्थे किहने सानूं संभालना आ, की करना है। तो जे पता आ तो फिर उत्थे लई चाह हुंदा है। तो जदों आपां जाना है परमेश्वर कोल, तो आपां नूं जे पहिलां चाह होऊगा, आपां नूं पहिलां ही उहदे नाल प्यार पिया होऊगा, जाण पछाण इन्नी होऊगी भी कदों सानूं बुलाऊगा ओह, तो फिर चाह ही होऊगा। तो जदों चाह होऊगा, समझ लो चाह दी निशानी कि तुहाडे कोल परमेश्वर दा प्यार हैगा आ, हंझू तुहाडे ਉਹਦੇ ਪ੍ਰੇਮ ਦੇ ਵਗਦੇ ਆ। ਤੁਸੀਂ ਵਿਛੋੜੇ ਦੇ ਵਿੱਚ ਉਹਨੂੰ ਸਹਿ ਵਿਛੋੜਾ ਸਮਝਦੇ ਆ। ਤੇ ਜੇ ਮੈਂ ਬੱਕਰੀ ਦੀ ਤਰ੍ਹਾਂ ਵੱਡੇ ਬਣ ਕੇ ਦਿਖਾਉਨੇ ਆ, ਹਾਲੇਲੂਇਆ, ਪਰਮੇਸ਼ਰ ਨੂੰ ਉਹ ਨਹੀਂ ਪਾਉਂਦਾ। ਅਰੇ ਅਸੀਂ ਵੱਡੇ ਹੈ ਹੀ ਨਹੀਂ, ਬਣਨਾ ਕਿੱਥੋਂ ਅਸੀਂ। ਸੋਚ ਲਈਏ ਇੱਕ ਘਾਹ ਦੀ ਤਿੜ ਚੁੱਕ ਲਓ, ਵਾਰ ਮੈਂ ਕਹਿੰਦੀ ਨਹੀਂ ਘਾਹ ਦੀ ਤਿੜ, ਉਹ ਤੁਸੀਂ ਹੋ ਨਹੀਂ ਸਕਦੇ ਇੱਥੇ ਹੀ। ਅੱਛਾ फिर माड़ा बिरछ तो भाव के चंगा बंदा जिहड़ा चंगे फल उहदे चों निकलणगे, गल्लां चंगियां बुरे विचों चुगलियां। जदों बैठूगा दूजे दियां वैर दियां गल्लां, चुगलियां दियां गल्लां, एक दूजे ते चिक्कड़ सिੱਟਣ दियां गल्लां वो करूगा, जो हैगा उहदे मूँह चों वो निकलदा आ। हालेलुया। तो फिर परमेश्वर की कहंदे आ, कहंदे ऐसा दरख्त जिहड़ा आ रोखिया जिहनूं फल नहीं कोई लगदा, हरेक बिरछ जिहड़ा चंगा फल नहीं दिंदा ਉਹ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ। ਸੋ ਤੁਸੀਂ ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਛਾਣੋਗੇ, ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਛਾਣੋਗੇ। ਭੇਡਾਂ ਦੇ ਰੂਪ 'ਚ ਬਘਿਆੜ ਤਾਂ ਨਹੀਂ ਕਿਤੇ ਆ ਵੜੇ। ਧਿਆਨ ਦਿਓ। ਤਾਂ ਨਾ ਹਰੇਕ ਜਿਹੜਾ ਮੈਨੂੰ, ਦੇਖੋ ਹੁਣ ਕਹਿੰਦਾ ਨਾ ਹਰੇਕ ਜਿਹੜਾ ਮੈਨੂੰ ਪ੍ਰਭੂ ਕਹਿੰਦਾ ਹੈ, ਪ੍ਰਭੂ ਕਹਿੰਦਾ ਹੈ, ਮੈਨੂੰ ਜਿਹੜਾ ਪ੍ਰਭੂ ਬੜਾ ਕਰਦਾ ਨਾ, ਜ਼ਰੂਰੀ ਨਹੀਂ ਕਿ ਉਹ ਸੁਰਗ ਦੇ ਰਾਗ ਵਿੱਚ ਵੜੇਗਾ, ਬਲਕਨ ਉਹ ਜੋ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ, ਜਿਹੜਾ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ, ਜਿਹੜਾ ਮਰਜ਼ੀ ਤੇ ਸਵਰਗੀ ਪਿਤਾ ਦੀ ਤੇ ਮੇਰੇ ਪਿਤਾ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ, ਉਸ ਦਿਨ ਅਨੇਕ ਮੈਨੂੰ ਆਖਣਗੇ ਹੇ ਪ੍ਰਭੂ। ਧੱਕੇ ਮਾਰ ਦੂਜੇ ਨੂੰ ਪਿੱਛੇ ਕਰਨਗੇ ਤੇ ਆਪ ਅੱਗੇ ਨੂੰ ਹੋਣਗੇ ਤੇ ਕਹਿਣਗੇ ਹੇ ਪ੍ਰਭੂ ਕੀ ਅਸਾਂ ਤੇਰਾ ਨਾਮ ਲੈ ਕੇ ਅਗੰਮ ਵਾਕ ਨਹੀਂ ਕੀਤਾ? ਪ੍ਰਭੂ ਅਸੀਂ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ? ਪ੍ਰਭੂ ਅਸੀਂ ਤੇਰਾ ਨਾਮ ਲੈ ਕੇ ਬਹੁਤੀਆਂ ਕਰਾਮਾਤਾਂ ਨਹੀਂ ਦਿਖਾਈਆਂ? ਦੇਖ ਲਓ, ਸੁਣ ਲਓ ਸਭ ਕੁਛ ਪਰਮੇਸ਼ਰ ਦੀਆਂ ਸੱਚੀਆਂ ਗੱਲਾਂ। ਜੇ ਇਹ ਕੁਛ ਕਰਕੇ ਬਲਿਆਮ ਦੀ ਤਰ੍ਹਾਂ ਹੰਕਾਰ ਆ ਅੰਦਰ
ਅੰਦਰ ਪੱਖ ਪਾ ਦਿਆ, ਤੁਹਾਡੇ ਅੰਦਰ ਜਿਲਸ ਨਹੀਂ ਜਾਂਦੀ, ਅੰਦਰ ਵਡੱਤਣ ਨਹੀਂ ਜਾਂਦੀ, ਅੰਦਰ ਨਿਰਮਤਾ ਨਹੀਂ ਹੁੰਦੀ, ਪਰਮੇਸ਼ਰ ਵਾਲੇ ਸੁਭਾਅ ਨਹੀਂ ਅੰਦਰ ਹੈਗੇ। ਤੇ ਫਿਰ ਪਰਮੇਸ਼ਰ ਕਹਿੰਦਾ ਜਦ ਤੁਸੀਂ ਇਹ ਕੰਮ ਇਹਨੇ ਕਰਕੇ ਵੀ ਬਹੁਤੀਆਂ ਅਸੀਂ ਕਵਾਂਗੇ ਕਰਾਮਾਤਾਂ ਤੇਰੇ ਨਾਂ 'ਚ ਕੀਤੀਆਂ, ਤਦ ਮੈਂ ਉਹਨਾਂ ਨੂੰ ਸਾਫ਼ ਆਖਾਂਗਾ। ਕੀ ਆਖਾਂਗਾ? ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਕਰ ਲਓ ਜੋ ਮਰਜ਼ੀ, ਕਰ ਲਓ ਜੋ ਮਰਜ਼ੀ, ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੇ ਬਰਿਆਰੋ ਮੇਰੇ ਕੋਲੋਂ ਚਲੇ ਜਾਓ, ਹੇ ਬਰਿਆਰੋ ਮੇਰੇ ਕੋਲੋਂ ਚਲੇ ਜਾਓ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਸੋ ਹਰੇਕ ਜੋ ਮੇਰੇ ਇਹ ਬਚਨ ਸੁਣਦਾ ਅਤੇ ਉਹਨਾਂ ਉੱਤੇ ਚੱਲਦਾ ਹੈ, ਉਹ ਉਸ ਬੁੱਧਵਾਨ ਵਰਗਾ ਜਾਣਿਆ ਜਾਵੇਗਾ ਜਿਹਨੇ ਪੱਥਰ ਉੱਤੇ ਆਪਣਾ ਘਰ ਬਣਾਇਆ ਅਤੇ ਮੀਂਹ ਵਰਿਆ ਅਤੇ ਹੜ੍ਹ ਆਏ ਅਤੇ ਹਨੇਰੀਆਂ ਵਗੀਆਂ, ਪਰ ਉਸ ਘਰ ਨੂੰ ਧੱਕਾ ਮਾਰਿਆ ਪਰ ਉਹ ਘਰ ਨਹੀਂ ਡਿੱਗਿਆ। ਪ੍ਰੇਮੀ ਬੰਦੇ ਨੂੰ ਦੁੱਖ ਆਏ, ਲੋਕਾਂ ਨੇ ਉੱਜਾਂ ਵੀ ਲਾਈਆਂ, ਲੋਕਾਂ ਨੇ ਬੁਰਾ ਭਲਾ ਵੀ ਕਿਹਾ, ਉਹ ਤੂੰ ਕੀ ਬਣ ਗਿਆ, ਉਹ ਤੂੰ ਤਾਂ ਧਰਮ ਚੇਂਜ ਕਰ ਲਿਆ, ਜੇ ਹੋ ਗਿਆ। ਉਹ ਧਰਮਾਂ ਦੀਆਂ ਆੜਾਂ ਤਾਂ ਲੜਾਈਆਂ ਆ, ਧਰਮਾਂ ਦੀਆਂ ਆੜਾਂ ਤਾਂ ਲੜਾਈਆਂ ਆ। ਪਰਮੇਸ਼ਰ ਤਾਂ ਧਰਮਾਂ ਵਿੱਚ ਨਹੀਂ ਵਸਦਾ, ਪਰਮੇਸ਼ਰ ਆਪਣੇ ਗੁਣਾਂ ਦੇ ਵਿੱਚ ਮੌਜੂਦ ਆ, ਆਪਣੇ ਗੁਣਾਂ ਦੇ ਵਿੱਚ ਮੌਜੂਦ ਆ। ਸਾਡਾ ਪਿਛੋਕੜ ਸਾਨੂੰ ਬਾਈਬਲ ਵਿੱਚੋਂ ਮਿਲਦਾ ਆ। ਸਾਡਾ ਪਿੱਛਾ ਸਾਡਾ ਕੀ ਸੀ? ਸਾਡੇ ਬਾਬੇ ਪੜਦਾਦੇ ਦਾਦੇ ਕੌਣ ਸੀ? ਆਦਮ ਤੇ ਹਵਾ ਸੀ, ਨੂਹ ਸੀ, ਐਬਰਾਹਿਮ ਸੀ, ਇਜ਼ਾਕ ਸੀ, ਯਕੂਬ ਸੀ। ਇਹ ਸਾਡੇ ਵੱਡੇ ਵਡੇਰੇ ਸੀ। ਹਾਲੇਲੂਇਆ। ਸਾਨੂੰ ਇਹਦੇ ਪਿੱਛੋਂ ਇਹ ਸਾਰੀ ਆਪਣੇ ਘਰਾਣੇ ਦੀ, ਆਪਣੇ ਪਿਤਾ ਦੇ ਘਰਾਣੇ ਦੀ ਜਾਣਕਾਰੀ ਇੱਥੋਂ ਬਾਈਬਲ ਵਿੱਚੋਂ ਮਿਲਦੀ ਆ। ਤਾਂ ਮੈਨੂੰ ਪ੍ਰਭੂ ਲੈ ਕੇ ਆਇਆ। ਮੈਂ ਐਵੇਂ ਨਹੀਂ ਇੱਥੇ ਆ ਗਈ, ਮੈਨੂੰ ਲੈ ਕੇ ਆਇਆ। ਜਦੋਂ ਮੇਰੀ ਟੈਸਟਮਨੀ ਤੁਸੀਂ ਸੁਣੀ ਆ ਕਿ ਮੈਂ ਛੇਤੀ ਕਿਤੇ ਮੁੜਨ ਵਾਲਾ ਬੰਦਾ ਨਹੀਂ ਸੀ, ਮੈਂ ਬੜੇ ਆਨੰਦ ਵਿੱਚ ਹੀ ਸੀ ਉੱਥੇ ਬਾਣੀ ਨਾਲ। ਮੈਂ ਕੋਈ ਮੂਰਤੀ ਪੂਜਾ 'ਚ ਨਹੀਂ ਸੀ, ਪਰ ਜਦੋਂ ਮੇਰੀ ਆਤਮਾ ਪਰਮੇਸ਼ਰ ਕੋਲ ਜਾਂਦੀ ਸੀ, ਮੈਨੂੰ ਉਸ ਆਤਮਾ, ਸਰੀਰ ਥੱਲੇ ਰਹਿ ਜਾਂਦਾ ਸੀ, ਆਤਮਾ ਨੂੰ ਰੁਕਾਵਟਾਂ ਪਈਆਂ, ਆਤਮਾ ਮੇਰੀ ਨੂੰ ਰੁਕਾਵਟਾਂ ਪਈਆਂ, ਤਾਂ ਜਾ ਕੇ ਮੈਨੂੰ ਮੁੜਨਾ ਪਿਆ। ਫਿਰ ਵੀ ਮੇਰੇ ਨਾਲ ਪਰਮੇਸ਼ਰ ਨੇ ਆਣ ਕੇ ਮੇਰੇ ਨਾਲ ਗੱਲ ਕੀਤੀ। ਉਹ ਬੱਚੇ, ਤੂੰ ਮੇਰਾ ਪਿਆਰਾ ਬੱਚਾ ਆ, ਮੇਰੀ ਆਖੇ ਲੱਗ ਜਾ, ਆਖੇ ਲੱਗ ਜਾ। ਪਰ ਮੈਨੂੰ ਵੀ ਹੁਣ ਕੋਈ ਚਾਰਾ ਨਹੀਂ ਸੀ। ਫਿਰ ਮੈਂ ਕਿਹਾ ਠੀਕ ਆ। ਸੋ ਤੁਸੀਂ ਮੇਰੀ ਟੈਸਟਮਨੀ ਸੁਣੀ ਆ। ਫਿਰ ਮੈਂ ਕਿਹਾ ਠੀਕ ਆ, ਮੈਂ ਹੁਣ ਤਾਂ ਮੰਨਣ ਨੂੰ ਤਿਆਰ ਆ। ਖੋਤੀ ਬੋੜ ਥੱਲੇ ਆ ਗਈ ਆ, ਸਾਰੇ ਹੁਣ ਗਾਹ ਲਿਆ ਬਥੇਰਾ ਕੁਛ, ਇੱਥੇ ਗੱਲ ਬਣਦੀ ਨਹੀਂ, ਮੈਨੂੰ ਤਾਂ ਇੱਥੋਂ ਨਿਕਲਿਆ ਹੀ ਨਹੀਂ ਜਾਂਦਾ। ਕਰਾਂ ਕੀ? 20 ਸਾਲ ਥੋੜ੍ਹਾ ਚਿਰ ਨਹੀਂ। ਕਲੀਸਿਆ ਪਿਆਰੇ ਜਨੋ, ਸੁਣਨ ਵਾਲਿਓ, ਸਰੋਤਿਓ, ਧਿਆਨ ਨਾਲ ਸੁਣ ਲਓ, ਮੇਰੀ ਹੱਡ ਪੀਤੀ ਆ। ਮੈਨੂੰ ਯਾਦਾਂ ਜਦ ਆਉਂਦੀਆਂ ਕਿ ਮੈਂ ਨਹੀਂ ਲੰਘ ਸਕੀ 20 ਸਾਲ ਕੋਈ ਸੰਤ ਨਹੀਂ ਛੱਡੇ ਮੈਂ, ਜਿਨ੍ਹਾਂ ਦੇ ਡੇਰਿਆਂ ਬੜਬੜਿਆਂ ਤੇ ਜਾ ਕੇ ਕਿਹਾ ਕਿ ਬਾਬਾ ਜੀ ਮੈਨੂੰ ਇੱਥੋਂ ਕੱਢੋ, ਬਾਬਾ ਜੀ ਮੈਨੂੰ ਇੱਥੋਂ ਕੱਢੋ। ਸਾਰਿਆਂ ਨੇ ਕਿਹਾ ਤੂੰ ਪ੍ਰਭੂ ਨੂੰ ਪਾਇਆ ਹੋਇਆ, ਤੂੰ ਪ੍ਰਭੂ ਨੂੰ ਪਾਇਆ ਹੋਇਆ। ਪਰ ਮੈਨੂੰ ਪਤਾ ਮੈਂ ਰਾਈ ਆ, ਮੈਨੂੰ ਪਤਾ ਕਿ ਮੇਰੀ ਜਦੋਂ ਸੋਲ ਜਾਂਦੀ ਹੈ ਨਿਕਲ ਕੇ ਤੇ ਮੇਰੇ ਨਾਲ ਕੀ ਬੀਤਦੀ, ਉੱਥੋਂ ਮੈਨੂੰ ਕੋਈ ਨਹੀਂ ਉਹ ਛਡਾ ਸਕਿਆ। ਜਿਸ ਤਨ ਲੱਗੀਆਂ ਸੋ ਤਨ ਜਾਣੇ, ਮੇਰੀਆਂ ਅੱਖਾਂ ਤੁਹਾਨੂੰ ਦੱਸ ਸਕਦੀਆਂ। ਕੋਈ ਨਹੀਂ ਕੱਢ ਸਕਿਆ ਮੈਨੂੰ ਪ੍ਰਭੂ ਯਿਸੂ ਤੋਂ ਬਗੈਰ, ਪ੍ਰਭੂ ਯਿਸੂ ਮਸੀਹ ਤੋਂ ਬਗੈਰ ਮੈਨੂੰ ਕਿਨੇ ਨਹੀਂ ਕੱਢਿਆ। ਉਹਨੇ ਮੈਨੂੰ ਫਿਰ ਜੱਫੀ ਵਿੱਚ ਲੈ ਲਿਆ, ਉਹਨੇ ਮੈਨੂੰ ਜੱਫੀ ਵਿੱਚ ਆਣ ਕੇ ਗਲਵੱਕੜੀ 'ਚ ਲੈ ਲਿਆ। ਜਿਹਨੂੰ ਮੈਂ ਕਹਿੰਦੀ ਮੈਂ ਨਹੀਂ ਤੇਰੇ ਦਰਸ਼ਨ ਕਰਨੇ, ਤੂੰ ਨਹੀਂ ਮੇਰਾ ਗੁਰੂ, ਤੂੰ ਨਹੀਂ ਮੇਰਾ ਰੱਬ, ਮੈਂ ਤੇਰੇ ਦਰਸ਼ਨ ਨਹੀਂ ਕਰਨੇ। ਮੈਂ ਇੱਦਾਂ ਕਹਿੰਦੀ ਹਾਂ, ਪਰ ਉਹ ਮੈਨੂੰ ਗਲਵੱਕੜੀ 'ਚ ਲੈ ਰਿਹਾ ਫਿਰ ਵੀ, ਕਿਉਂਕਿ ਮੈਂ ਤੜਫਦੀ ਉਹਦੇ ਲਈ ਸੀ, ਪਰਮੇਸ਼ਰ ਲਈ। ਮੇਰੇ ਹੰਝੂ ਬਹੁਤ ਵਗਦੇ ਰਹਿੰਦੇ ਸੀ, ਪਰਮੇਸ਼ਰ ਦੇ ਪ੍ਰੇਮ ਲਈ ਵਗਦੇ ਰਹਿੰਦੇ ਸੀ ਹੰਝੂ। ਹਾਲੇਲੂਇਆ, ਹਾਲੇਲੂਇਆ। ਪ੍ਰੇਮ ਵਾਲੀਆਂ ਗੁਰਦੁਆਰੇ ਸੰਗਤਾਂ ਵੀ ਇੱਦਾਂ ਪ੍ਰੇਮ ਕਰਦੀਆਂ ਸੀਗੀਆਂ। ਮੇਰੇ ਹੰਝੂਆਂ ਦੀਆਂ ਭਿੱਜੀਆਂ ਹਾਂਕੀਆਂ ਚੋਰੀ ਚੁੱਕ ਜਾਂਦੀਆਂ ਸੀ, ਔਰ ਸਾਫ਼ ਹਾਂਕੀਆਂ ਧੋ ਕੇ ਰੱਖ ਜਾਂਦੀਆਂ ਸੀ। ਉਹ ਬੜੇ ਹੈਰਾਨ ਆ ਕਿ ਤੈਨੂੰ ਕੀ ਹੋ ਗਿਆ, ਪਰ ਉਹਨਾਂ ਨੂੰ ਪਤਾ ਵੀ ਆ, ਮੇਰੀਆਂ ਸੰਗਤਾਂ ਨੂੰ, ਪਿਛਲੀਆਂ ਨੂੰ, ਗੁਰਦੁਆਰੇ ਦਿਆਂ ਨੂੰ, ਕਿ ਐਵੇਂ ਨਹੀਂ ਗਈ।
ਮੈਨੂੰ ਵੀ ਕਿਸੇ ਨੇ ਐਵੇਂ ਕਹਾਂ, ਮੈਨੂੰ ਕਿਸੇ ਨੇ ਵੀ ਹਮੇ ਦਾਵੇ ਨਾਲ ਇੱਦਾਂ ਨਹੀਂ ਮੇਰੇ ਨਾਲ ਕਿਸੇ ਨੇ ਲੜਾਈ ਕੀਤੀ। ਪਿੱਠ ਪਿੱਛੇ ਜੋ ਮਰਜ਼ੀ ਕਹਿੰਦੇ ਹੋਣਗੇ, ਮੈਨੂੰ ਨਹੀਂ ਪਤਾ। ਕੁਛ ਕਰਨ ਵਾਲੇ ਜਿਹੜੇ ਆ ਘਰ ਦੇ ਬਾਹਰ ਦੇ ਨੇ, ਫਿਰ ਵੀ ਮੈਨੂੰ ਅੱਜ ਤੱਕ ਵੀ ਸਤਿਕਾਰ ਦਿੰਦੇ ਆ, ਪਿਆਰ ਦਿੰਦੇ ਆ। ਹਾਲੇਲੂਇਆ। ਤੇ ਇਹ ਪਰਮੇਸ਼ਰ ਸਾਡੇ ਦੇ ਬਹੁਤ ਵੱਡੇ, ਉਹ ਬਹੁਤ ਦਿਆਲੂ ਆ, ਬਹੁਤ ਕਿਰਪਾਲੂ ਆ। ਕਿੱਥੋਂ ਮੋੜਾ ਖਾਦਾ, ਕਿੱਥੋਂ ਮੋੜਾ ਮੈਨੂੰ ਲਿਆਂਦਾ ਉਹਨੇ। ਤੁਸੀਂ ਮੇਰੀ ਸਟੋਰੀ ਕਾਫੀ ਸੁਣੀ ਆ। ਹਾਲੇਲੂਇਆ, ਹਾਲੇਲੂਇਆ। ਤੋ ਪਰਮੇਸ਼ਰ ਕਹਿੰਦਾ ਇੱਦਾਂ ਦਾ ਘਰ ਜਿਹੜਾ ਆ ਉਹ ਡਿੱਗਦਾ ਨਹੀਂ। ਇੱਥੋਂ ਗੱਲ ਫਿਰ ਉੱਧਰ ਨੂੰ ਆ ਗਈ ਕਿ ਉਹ ਨਹੀਂ ਡਿੱਗੂਗਾ, ਭਾਵੇਂ ਦੁੱਖ ਹੋਣ, ਬੜੇ ਦੁੱਖ ਆਏ, ਬਹੁਤ ਮੁਸੀਬਤਾਂ ਆਈਆਂ, ਪਰ ਇਹ ਘਰ ਜਿਹੜਾ ਮਜ਼ਬੂਤ ਪ੍ਰੇਮ ਵਾਲਾ ਉਹ ਨਹੀਂ ਫਿਰ ਡਿੱਗਦਾ। ਧੱਕਾ ਵੀ ਕੋਈ ਮਾਰੇ ਨਹੀਂ ਡਿੱਗਦਾ। ਸਰਸਨੇ ਕਾਸ ਨੂੰ ਫਿਰ ਮੱਥੇ ਆਵੇ, ਜੇ ਕੋਈ ਉਹਨੂੰ ਤੀਰ ਮਾਰੇ ਤਾਂ ਮੱਥੇ ਉਹਦੇ ਵਿੱਚ ਹੀ ਵੱਜਦਾ ਆ। ਇਸ ਕਰਕੇ ਪਰਮੇਸ਼ਰ ਜਦੋਂ ਰਾਖਾ ਹੋ ਜਾਂਦਾ ਤੁਹਾਡਾ, ਤੇਰੀ ਰਖਵਾਲੀ ਕਰਦਾ ਆ, ਉਹ ਕਰਦਾ ਰਿਹਾ ਆ। ਪਰ ਇੱਥੇ ਆਣ ਕੇ ਜੋ ਅਖੀਰ ਦੀਆਂ ਮੈਂ, ਕਿਉਂਕਿ ਮੇਰੀ ਦੁਹਾਈ ਪਰਮੇਸ਼ਰ ਮੋਰੇ ਰੋ ਕੇ ਇਹ ਹੁੰਦੀ ਸੀ ਕਿ ਮੈਂ ਹੋਰ ਜਨਮ ਨਹੀਂ ਲੈਣਾ। ਹੇ ਪ੍ਰਭੂ, ਮੈਂ ਹੋਰ ਜਨਮ ਨਹੀਂ ਲੈਣਾ, ਮੈਨੂੰ ਇਸੇ ਜਨਮ ਦੇ ਵਿੱਚ ਤੂੰ ਚਾਹੀਦਾ ਹੈ, ਮੈਂ ਹੋਰ ਜਨਮ ਨਹੀਂ ਲੈਣਾ। ਤੇ ਮੇਰੇ ਪਰਮੇਸ਼ਰ ਨੇ ਮੈਨੂੰ ਸਾਂਭ ਲਿਆ, ਮੇਰੇ ਯਿਸੂ ਮਸੀਹ ਨੇ ਮੈਨੂੰ ਸਾਂਭ ਲਿਆ ਕਿ ਪਰਮੇਸ਼ਰ ਦਾ ਪੁੱਤਰ ਇੱਕੋ ਯਿਸੂ ਮਸੀਹ ਆ, ਹੋਰ ਕੋਈ ਨਹੀਂ, ਹੋਰ ਕੋਈ ਨਹੀਂ। ਉਹ ਪੁੱਤਰ ਆ, ਤਾਂ ਹੀ ਉਹਦੇ ਨਾਂ 'ਚ ਕਰਾਮਾਤਾਂ ਹੁੰਦੀਆਂ ਆ, ਹੋਰ ਕਿਸੇ ਦੇ ਨਾਂ 'ਚ ਕਰਾਮਾਤਾਂ ਨਹੀਂ ਹੋ ਸਕਦੀਆਂ। ਪਰਮੇਸ਼ਰ ਯਿਸੂ ਮਸੀਹ ਦੇ ਨਾਂ ਦੇ ਵਿੱਚ ਹੀ ਕਰਾਮਾਤਾਂ ਹੁੰਦੀਆਂ ਆ, ਇੰਨੀਆਂ ਹੁੰਦੀਆਂ ਜਿਨ੍ਹਾਂ ਦਾ ਅੰਤ ਕੋਈ ਨਹੀਂ ਆ। ਤੁਹਾਡੇ ਕਲੀਸਿਆ ਸਾਧ ਸੰਗਤ ਜੀ, ਪਿਆਰੇ ਪ੍ਰੇਮੀ ਜਨੋ, ਪਰਮੇਸ਼ਰ ਦੀ ਪਿਆਰੀ ਰੂਹੋ, ਸਾਨੂੰ ਸਭ ਨੂੰ ਪਤਾ ਹੈ ਇਸ ਵੇਲੇ ਪਰਮੇਸ਼ਰ ਦੀਆਂ ਕਰਾਮਾਤਾਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਜੋ ਹੋ ਰਹੀਆਂ, ਕੋਈ ਅੰਤ ਨਹੀਂ ਆ। ਇਸ ਵੇਲੇ ਮੈਨੂੰ ਇੱਕ ਹੋਰ ਗੱਲ ਯਾਦ ਆ ਗਈ, ਤੁਹਾਨੂੰ ਮੈਂ ਗੱਲ ਕੀਤੀ ਸੀ ਨਾ, ਬਾਕੀ ਇੱਕ ਹੋਰ ਥੋੜ੍ਹਾ ਜਿਹਾ ਹੀ ਰਹਿੰਦਾ ਆ, ਉਹ ਵੀ ਤੁਹਾਨੂੰ ਨਾਲ ਸੁਣਾ ਹੀ ਦੇਵਾਂ ਕਿ ਜੇ ਕਿਸੇ ਦਾ ਕੱਚਾ ਘਰ ਆ, ਜਿਵੇਂ ਮਾੜਾ ਜਿਹਾ ਤੁਰਦੇ ਆ ਰੱਬ ਵੱਲ ਨੂੰ, ਹੈ ਨਾ, ਤੇ ਜੇ ਤਾਂ ਪੱਕਾ ਆ ਤਾਂ ਧੱਕਾ ਵੀ ਮਾਰਿਆ, ਹਨੇਰੀਆਂ ਆਈਆਂ, ਮੀਂਹ ਆਏ ਤਾਂ ਫਿਰ ਨਹੀਂ ਡਿੱਗਿਆ। ਕਦੇ ਨੀਂਹ ਪੱਕੀ ਸੀ, ਪੱਥਰ 'ਤੇ ਸੀ, ਪਰ ਹਰੇਕ ਜੋ ਮੇਰੇ ਇਹ ਬਚਨ ਸੁਣਦਾ ਤੇ ਉਹਨਾਂ ਉੱਤੇ ਨਹੀਂ ਚੱਲਦਾ, ਉਹ ਉਸ ਮੂਰਖ ਵਰਗਾ ਠਹਿਰਾਇਆ ਜਾਵੇਗਾ ਜਿਹਨੇ ਆਪਣਾ ਘਰ ਰੇਤ ਉੱਤੇ ਬਣਾਇਆ ਅਤੇ ਮੀਂਹ ਵਰਿਆ ਅਤੇ ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਔਰ ਉਸ ਨੂੰ ਧੱਕਾ ਮਾਰਿਆ ਅਤੇ ਉਹ ਢਹਿ ਪਿਆ ਅਤੇ ਉਹਦਾ ਵੱਡਾ ਨੁਕਸਾਨ ਹੋਇਆ। ਭਾਵ ਕਿ ਜਦੋਂ ਵੀ ਕੋਈ ਪ੍ਰਭੂ ਵੱਲ ਨੂੰ ਆਇਆ, ਪਰਮੇਸ਼ਰ ਦੇ ਨਾਮ ਦੇ ਵਿੱਚ ਵੜਿਆ, ਗੱਲ ਸੁਣੀ ਪਰਮੇਸ਼ਰ ਦੀ, ਪਰ ਲੋਕਾਂ ਨੇ ਮਾੜੀਆਂ ਮੋਟੀਆਂ ਟਿਚਰਾਂ ਕੀਤੀਆਂ ਜਾਂ ਕੁਛ ਕਿਹਾ ਤੇ ਚਲੋ ਜੀ ਬਸ, ਜਾਂ ਫਿਰ ਇਹ ਸੀ ਕਿ ਮੈਨੂੰ ਬਿਮਾਰੀ ਤੋਂ ਆਰਾਮ ਆ ਗਿਆ ਤਾਂ ਫਿਰ ਪਰਮੇਸ਼ਰ ਨੂੰ ਛੱਡ ਦਿੱਤਾ, ਜਾਂ ਫਿਰ ਨਹੀਂ ਥੋੜ੍ਹਾ ਚਿਰ ਵੇਟ ਕੀਤੀ ਤਾਂ ਹਲੇ ਕੁਛ ਚਿਰ ਆਰਾਮ ਨਹੀਂ ਅਜੇ ਆਇਆ, ਟਾਈਮ ਅਜੇ ਨਹੀਂ ਸੀਗਾ, ਤੇ ਤਾਂ ਵੀ ਪਰਮੇਸ਼ਰ ਨੂੰ ਛੱਡ ਦਿੱਤਾ ਕਿ ਮੈਨੂੰ ਤਾਂ ਉੱਥੋਂ ਮਤਬਲ ਲਈ ਪਰਮੇਸ਼ਰ ਕੋਲ ਆਇਆ, ਪ੍ਰੇਮ ਲਈ ਨਹੀਂ ਆਇਆ, ਆਪਣੇ ਮਤਬਲ ਲਈ ਆਇਆ। ਤਾਂ ਫਿਰ ਉਹ ਘਰ ਜਿਹੜਾ ਸੀ ਮਾੜਾ ਜਿਹਾ ਧੱਕਾ ਮਾਰਿਆ, ਉਹ ਰੇਤੋਂ 'ਤੇ ਸੀਗਾ, ਤੇ ਚਲੋ ਜੀ ਮੀਂਹ ਹਨੇਰੀ ਆਏ ਤਾਂ ਉਹ ਘਰ, ਭਾਵ ਕਿ ਉਹ ਪ੍ਰਾਣੀ ਜਿਹੜਾ ਪਰਮੇਸ਼ਰ ਨਾਲੋਂ ਟੁੱਟ ਗਿਆ, ਜਿਹਦਾ ਪਰਮੇਸ਼ਰ ਤੇ ਪ੍ਰੇਮ ਨਹੀਂ, ਭਰੋਸਾ ਨਹੀਂ, ਆਪਣੇ ਮਤਬਲ ਲਈ ਆਇਆ ਸੀ ਤੇ ਫਿਰ ਉਖੜ ਗਿਆ ਉਸ ਲਈ। ਤਾਂ ਇਉਂ ਹੋਇਆ ਕਿ ਜਾਂ ਯਿਸੂ ਇਹ ਗੱਲਾਂ ਕਰ ਹਟਿਆ ਤਾਂ ਭੀੜ ਉਸ ਦੇ ਉਪਦੇਸ਼ ਤੋਂ ਹੈਰਾਨ ਹੋਈ, ਕਿਉਂ ਜੋ ਉਹ ਉਹਨਾਂ ਦੇ ਗ੍ਰੰਥੀਆਂ ਵਾਂਗੂ ਨਹੀਂ, ਪਰ ਅਖਤਿਆਰ ਵਾਲੇ ਵਾਂਗੂ ਉਹਨਾਂ ਨੂੰ ਉਪਦੇਸ਼ ਦਿੰਦਾ ਸੀ, ਉਪਦੇਸ਼ ਦਿੰਦਾ ਸੀ, ਅਖਤਿਆਰ ਵਾਲੇ ਵਾਂਗੂ ਉਪਦੇਸ਼ ਦਿੰਦਾ ਸੀ। ਤੇ ਜਿਹੜਾ ਇਸ ਗੱਲ ਨੂੰ ਨਹੀਂ ਜਾਣ ਸਕਦੇ, ਨਹੀਂ ਸਮਝਦੇ ਭਾਈ, ਉਹ ਤਾਂ ਵੈਰਾਗੀਆਂ ਨੂੰ, ਪ੍ਰੇਮੀਆਂ ਨੂੰ, ਰੱਬ ਦੇ ਦਾਸਾਂ ਨੂੰ ਤੇ ਰੱਬ ਦੇ ਭਿੱਜੀਆਂ ਹੋਈਆਂ ਰੂਹਾਂ ਨੂੰ ਮਖੌਲ ਕਰਦੇ ਆ, ਟਿਚਰਾਂ ਕਰਦੇ ਆ। ਹੱਡ ਬੀਤੀ ਇੱਕ ਤੁਹਾਨੂੰ ਮੈਂ ਗੱਲ ਸੁਣਾਵਾਂ ਆਪਣੀ, ਕਿਉਂਕਿ ਮੈਂ ਕਿਹਾ ਸੀ ਕਿ ਮੈਂ ਹੌਲੀ ਹੌਲੀ ਆਪਣੀਆਂ ਟੈਸਟਮਨੀਆਂ ਛੋਟੀਆਂ ਛੋਟੀਆਂ ਵਿੱਚ ਦਿੰਦੀ ਜਾਊਂਗੀ, ਕਿਉਂਕਿ ਮੇਰੀ ਟੈਸਟਮਨੀ ਵੱਡੀ ਸੀ, ਉਹ ਤਿੰਨਾਂ ਉਹਨਾਂ ਵਿੱਚ ਕਦੀ ਸਮਾਪਤ ਨਹੀਂ ਹੋ ਸਕਦੀ। ਹੌਲੀ ਹੌਲੀ ਜਿਹੜੀ ਗੱਲ ਦੀ ਯਾਦ ਆਇਆ ਕਰੂ ਮੈਂ ਦੱਸੂਗੀ, ਉਹ ਦੱਸਦੀ ਰਹੂੰਗੀ, ਤਾਂ ਕਰਕੇ ਕਿ ਸੰਗਤ ਨੂੰ ਪਤਾ ਲੱਗੇ ਕਿ ਇਹ ਬੀਬੀ ਕਿਉਂ ਇੰਨੀ ਗੁਰਬਾਣੀ ਵਿੱਚ ਭਿੱਜੀ ਹੋਈ ਤੇ ਫਿਰ ਕਿਸ ਤਰ੍ਹਾਂ ਇਹ ਇਸ ਪਾਸੇ ਕਿਸ ਤਰ੍ਹਾਂ ਆ ਗਈ। ਇਹ ਪਿਛੋਕੜ ਸਾਡਾ ਇਤਿਹਾਸ ਇੱਥੇ ਆ, ਪਰ ਮੈਨੂੰ ਪ੍ਰਭੂ ਤੁਸੀਂ ਮੇਰੀ ਟੈਸਟਮਨੀ ਸੁਣੀ ਆ ਕਿੱਦਾਂ ਲੈ ਕੇ ਆਇਆ। ਔਰ ਆਹ ਦੇਖੋ ਮੇਰੇ ਬਚਪਨ ਪਹਿਲੀ ਉਮਰ ਦੀ ਬੁੱਕ ਜਵਾਨੀ ਬਾਰੇ ਤੋਂ ਜਿਹੜੇ ਮੈਂ ਗੀਤ ਗਾਉਂਦੀ ਰਹਿੰਦੀ ਸੀ। ਇੱਕ ਹੋਰ ਵਾਰਤਾ
ਇਸ ਤੁਹਾਨੂੰ ਸੁਣਾਉਣੀ ਆ ਵਿਰਾਗ ਦੇ। ਆ ਦੇਖਿਓ, ਤੁਸੀਂ ਪੜ੍ਹ ਲਿਓ, ਆ ਬੁੱਕ ਆ ਜਿਹਦੇ 'ਚੋਂ ਮੈਂ ਗੀਤ ਵੀ ਗਾਏ ਸੀ ਕਿ ਜਿਹੜੇ 50 ਸਾਲ ਪੁਰਾਣੇ ਮੇਰੇ ਗੀਤ ਸੀਗੇ ਉਹ ਗਾਏ ਸੀ, ਅਤੇ ਤੁਸੀਂ ਸੁਣੇ ਆ ਉਹ ਗੀਤ। ਤੇ ਬੰਦਗੀ ਕਰ ਬੰਦਿਆ ਤੇਰੀ ਉਮਰ ਬੀਤਦੀ ਜਾਂਦੀ। ਤੇ ਆ ਮੈਂ ਹੁਣ ਤੁਹਾਨੂੰ ਬੁੱਕ ਤੋਂ ਇੱਕ ਦਿਨ ਮੈਂ ਦੇਖੀ ਤੇ ਮੈਂ ਤੁਹਾਨੂੰ ਸੁਣਾਉਣੀ ਹੈ ਵੀ ਇੱਕ ਵਾਰਤਾ ਕੀ ਸਾਡੇ ਨਾਲ ਹੋਈ ਸੀ। ਧਰਮੀਆਂ ਦੇ ਨਾਲ ਜਿਹੜਾ ਨਹੀਂ ਸਮਝ ਸਕਦੇ ਉਹਨਾਂ ਨਾਲ ਕੀ ਕੀ ਹੁੰਦਾ ਆ, ਇਹ ਮੈਂ ਸੁਣਾਉਣੀ ਆ ਪੜ੍ਹ ਕੇ ਤੁਹਾਨੂੰ। ਐਸੇ ਵਿਰਾਗੀ ਦੀ ਹਾਲਤ ਜਦੋਂ ਹੁੰਦੀ ਹੈ ਤਾਂ ਉਹਨਾਂ ਨੂੰ ਆਮ ਲੋਕੀ ਵਿਰਾਗੀਆਂ ਨੂੰ ਨਹੀਂ ਸਮਝ ਸਕਦੇ। ਇੱਦਾਂ ਹੀ ਮੈਨੂੰ ਵੀ ਨਹੀਂ ਸੀ ਸਮਝਦੇ ਕਈ ਲੋਕ, ਮੈਨੂੰ ਬਹੁਤ ਨਹੀਂ ਸੀ ਸਮਝਦੇ, ਕਹਿੰਦੇ ਸੀ ਆਹ ਕੀ ਪਖੰਡ ਖਾਨਾ ਹੈ, ਆਹ ਕੀ ਰੋਈ ਜਾਣਾ। ਹੁਣ ਵੀ ਆ, ਹੁਣ ਕਿਹੜੇ ਨਹੀਂ ਗਏ, ਆਈ ਡੋਂਟ ਕੇਅਰ। ਸਾਨੂੰ ਕੀ ਦੋ ਪਈਆਂ ਦੇ ਸਰਗਈਆਂ ਦਾ ਸਦਕਾ ਟੁਕੀ ਦਾ, ਜੋ ਬੋਲਦਾ ਕੋਈ ਬੋਲੀ ਜਾਵੇ। ਸਾਨੂੰ ਅੰਦਰੋਂ ਪਤਾ ਆ ਹੰਝੂ ਕਿਹਦੇ ਲਈ ਆ, ਸਾਨੂੰ ਅੰਦਰੋਂ ਪਤਾ ਆ ਹੰਝੂ ਪ੍ਰੇਮ ਦੇ ਆ, ਸਾਨੂੰ ਅੰਦਰੋਂ ਪਤਾ ਇਹਨਾਂ ਹੰਝੂਆਂ ਦੇ ਨਾਲ ਕਿੱਡੀ ਵੱਡੀ ਤੰਦਰੁਸਤੀ ਆ ਸਾਨੂੰ ਅੰਦਰੋਂ ਮਿਲਦੀ ਆ। ਸਾਨੂੰ ਇੱਦਾਂ ਪਤਾ ਆ ਇਹਨਾਂ ਹੰਝੂਆਂ ਦੇ ਵਿੱਚ ਕਿੱਡੀ ਖੁਸ਼ੀ ਆ, ਇਹਨਾਂ ਹੰਝੂਆਂ ਦੇ ਵਿੱਚ ਕਿੱਡੀਆਂ ਬਰਕਤਾਂ ਆ। ਅਤੇ ਜਦੋਂ ਝੂਠੇ ਮਤਲਬ ਕਿ ਦੁਨੀਆਦਾਰੀ ਦੇ ਹੰਝੂ ਆ ਉਹਨਾਂ 'ਚ ਰੋਣੇ ਆ, ਤਾਂ ਉਹ ਜਿਹੜੇ ਆ ਨਾ ਉਹ ਹੈਗੇ ਰੋਣੇ, ਉਹ ਵਿਰਾਗ ਨਹੀਂ ਹੈਗਾ, ਉਹ ਰੋਣੇ ਆ। ਅਤੇ ਉਹਦੇ ਵਿੱਚ ਬਾਅਦ ਵਿੱਚ ਤੁਹਾਡੇ ਸਿਰ ਦੁਖੂਗੇ, ਬੁਖਾਰ ਚੜੂਗਾ, ਹਿੱਲ ਨਹੀਂ ਹੋਊਗਾ, ਹੱਡੀਆਂ ਕਮਜ਼ੋਰ ਹੋਣਗੀਆਂ। ਇਹ ਅਥਰੂ ਆਉਣ, ਹੱਡੀਆਂ ਤਾਕਤ ਵਾਲੀਆਂ ਹੋਣਗੀਆਂ, ਤੁਹਾਡੇ ਉੱਤਰ ਜਾਣਗੇ ਬੁਖਾਰ ਚੜੇ ਹੋਏ, ਤੁਹਾਡੇ ਅੰਦਰ ਗਿਆਨ ਦੇ ਸੋਮੇ ਫੁੱਟਣਗੇ। ਘੇਰ ਕੇ ਤਾਂ ਦੇਖੋ, ਇਹ ਡਿੱਗਦੇ ਨਹੀਂ, ਇਹ ਡਿੱਗਦੇ ਨਹੀਂ ਐਵੇਂ ਹੀ, ਇਹ ਸੌਖੇ ਨਹੀਂ ਡਿੱਗਣੇ। ਕਹਿਣੇ ਬੜੇ ਸੌਖੇ, ਟੀਚਰਾਂ ਕਰਨੀਆਂ ਬੜੀਆਂ ਸੌਖੀਆਂ, ਪਰ ਇਹ ਡਿੱਗਣੇ ਬਹੁਤ ਔਖੇ ਆ। ਉਹ ਬੋਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੱਟਣਾ ਤੇ ਇੱਧਰ ਲਾਉਣਾ। ਜਿੰਨਾ ਚਿਕਰ ਦੂਜੇ ਬੰਨੇ ਪੱਟ ਕੇ ਲਾਇਆ ਨਾ ਜਾਵੇ ਗੰਢਾ ਪੈਂਦਾ ਨਹੀਂ। ਜਿੰਨਾ ਚਿਕਰ ਮਨ ਹੰਕਾਰ ਵੱਲੋਂ ਪੱਟ ਕੇ, ਵਿਰੋਧ ਜਲਸ ਵੱਲੋਂ ਪੱਟ ਕੇ ਪਰਮੇਸ਼ਰ ਦੇ ਪ੍ਰੇਮ 'ਚ ਨਾ ਲਾਇਆ ਜਾਵੇ, ਉਹਨਾਂ ਚਿਕਰ ਹੰਝੂ ਡਿੱਗਦੇ ਨਹੀਂ, ਉਹਨਾਂ ਚਿਕਰ ਹੰਝੂ ਦੇ ਬਿਰਲਾਪ ਅੰਦਰੋਂ ਆਉਂਦੇ ਨਹੀਂ। ਉਹਨਾਂ ਚਿਕਰ ਸਾਨੂੰ ਪ੍ਰਭੂ ਵੀ ਫਿਰ ਗਲਵੱਕੜੀ 'ਚ ਰੋਂਦੇ ਬੱਚੇ ਨੂੰ ਤਾਂ ਛੇਤੀ ਚੁੱਕਦਾ ਨਹੀਂ, ਮਾਂ ਕਿੱਡੀ ਛੇਤੀ ਚੁੱਕਦੀ ਆ, ਇੱਦਾਂ ਹੀ ਉਹ ਵੀ ਚੁੱਕਦਾ ਆ। ਫਿਰ ਬੱਚਾ ਰੋਂਦਾ ਹੋਵੇ, ਮਾਂ ਢਿੱਡ ਨਾਲ ਲਾਉਂਦੀ, ਮੇਰੇ ਪੁੱਤ ਦੇ ਕੁਛ ਦੁਖਦਾ ਹੋਣਾ ਆ, ਕੋਈ ਗੱਲ ਆ, ਹੈ ਨਾ। ਉਹ ਕਹਿੰਦੇ ਨਹੀਂ ਮੰਮਾ ਮੈਂ ਤੇਰੇ ਕੋਲ, ਤੇਰੀ ਗੋਦ 'ਚ ਰਹਿਣਾ ਆ। ਇੱਦਾਂ ਹੀ ਸਾਡਾ ਵੀ ਦਿਲ ਕਰਦਾ ਸੀ ਪ੍ਰਭੂ ਦੀ ਗੋਦ 'ਚ ਰਹਿਣਾ ਆ। ਤਾਂ ਇੱਕ ਵਾਰੀ ਦੀ ਗੱਲ ਆ, ਮੈਂ ਵਿਰਾਗੀ ਦੀ ਗੱਲ ਦੱਸਣ ਲੱਗੀ, ਤੁਹਾਡੇ ਪ੍ਰਵਚਨ ਉਹਦੇ ਵਿੱਚ ਉਸ ਵੇਲੇ ਦੇ ਲਿਖੇ ਹੋਏ ਆ, ਜਿਹੜੀ ਮੇਰੀ ਬੁੱਕ ਮੇਰੇ ਤੋਂ ਪਰਮੇਸ਼ਰ ਨੇ ਲਿਖਵਾਈ ਸੀ। ਐਸੇ ਵਿਰਾਗੀ ਦੀ ਹਾਲਤ ਜਦੋਂ ਹੁੰਦੀ ਹੈ ਤੇ ਉਹਨਾਂ ਨੂੰ ਆਮ ਲੋਕੀ ਬਿਲਕੁਲ ਨਹੀਂ ਸਮਝਦੇ। ਉਹ ਕਹਿੰਦੇ ਹਨ ਕਿ ਅਸੀਂ ਕੋਈ ਰੱਬ ਨੂੰ ਘੱਟ ਪਿਆਰ ਕਰਦੇ ਹਾਂ, ਅਸੀਂ ਤੇ ਇਸ ਤਰ੍ਹਾਂ ਨਹੀਂ ਕਰਦੇ ਕਿਉਂਕਿ ਉਹਨਾਂ ਤੇ ਇਹੋ ਕਿਰਪਾ ਅਜੇ ਨਹੀਂ ਹੋਈ। ਪਰ ਇਸ ਵਿਛੋੜੇ ਦਾ ਦੁੱਖ ਜਿਸ ਨੂੰ ਲੱਗੇ ਉਹ ਹੀ ਇਸ ਦਾ ਆਨੰਦ ਮਾਣ ਸਕਦਾ ਹੈ। ਦੂਜੇ ਲੋਕਾਂ ਨੂੰ ਵਿਰਾਗੀ ਬੰਦਾ ਲੱਗਦਾ ਹੈ ਕਿ ਇਹੋ ਦੁਖੀ ਹੈ, ਪਰ ਉਸੇ ਦਾ ਦੁੱਖ ਤੇ ਮਹਾਨ ਸੁੱਖ ਦੇਣ ਵਾਲਾ ਹੁੰਦਾ ਹੈ। ਫਿਰ ਇੱਕ ਦਿਨ ਦੀ ਵਾਰਤਾ ਆ ਲਿਖਿਆ ਉਹਦੇ ਵਿੱਚ, ਇਸ ਬੁੱਕ ਦੇ ਵਿੱਚ ਮੇਰੇ ਤੋਂ ਪ੍ਰਭੂ ਨੇ ਇਹ ਸਟੋਰੀ ਲਿਖਵਾ ਦਿੱਤੀ ਸੀ। ਇੱਕ ਹੋਰ ਵਾਰਤਾ ਇਸ ਸਰੀਰ ਦੇ ਖੁਦ ਹੱਡ ਬੀਤੀ ਆਪ ਨੂੰ ਸੁਣਾਵਾਂ। ਵਾਹਿਗੁਰੂ ਨੇ ਇਸੇ ਤਰ੍ਹਾਂ ਮੈਂ ਲਿਖਿਆ ਹੋਇਆ, ਵਾਹਿਗੁਰੂ ਨੇ ਇਸ ਸਰੀਰ ਤੋਂ ਇੰਗਲੈਂਡ ਵਿੱਚ 4 ਦਿਨਾਂ ਦਾ ਪ੍ਰੇਮ ਦਾ ਕੈਂਪ ਲਗਵਾਇਆ ਸੀ। ਸਵਾਸਾਂ ਦਾ ਸਿਮਰਨ ਕਰਵਾਉਂਦੀ ਹੁੰਦੇ ਸੀਗੇ, ਪਰਮੇਸ਼ਰ ਮੇਰੇ ਕੋਲੋਂ ਕਰਵਾਉਂਦਾ ਸੀ, ਮੈਨੂੰ ਸਿਖਾਲਣ ਲਈ ਲਾਇਆ ਸੀ। ਤੇ ਆਮ ਸਭ ਨੂੰ ਸਿਖਾਲਣਾ ਸਾਹਾਂ ਦਾ ਸਿਮਰਨ, ਪਰਮੇਸ਼ਰ ਨਾਲ ਕਿੱਦਾਂ ਰੱਬ ਨਾਲ ਜੁੜਨਾ ਆ। ਅਤੇ ਉਹ ਇੱਕ ਵਾਰੀ ਅਸੀਂ ਸਟਾਫ ਦੇ ਵਿੱਚ ਕੈਂਪ ਲਾਇਆ 4 ਦਿਨਾਂ ਦਾ, ਰਾਤ ਦਿਨ ਅਸੀਂ ਉੱਥੇ ਰਹਿਣਾ। ਅਤੇ ਉਹਦੇ ਵਿੱਚ ਸੁਣੋ ਤੁਸੀਂ 2007 ਦੀ ਗੱਲ ਆ, ਇਹ 7 ਦੀ, ਅਤੇ ਕਿੰਨੇ ਸਾਲ ਹੋ ਗਏ ਆ ਤਕਰੀਬਨ, ਆ ਤੁਸੀਂ ਹੁਣ ਗਿਣ ਲਓ ਵੀ ਹੁਣ ਕਿੰਨੀ ਹੈ ਇਸ ਲਈ। ਅਤੇ 2007, ਇਹ 2 ਦੀ ਗੱਲ ਆ, 207 ਦੀ 2007 ਵਿੱਚ, ਜਿਸ ਵੇਲੇ ਸੰਗਤ ਵਿੱਚ ਬਹੁਤ ਹੀ ਪ੍ਰੇਮੀਆਂ, ਜਿਹਦੇ ਵਿੱਚ ਬਹੁਤ ਇੰਨੇ ਅਸੀਂ ਜ਼ਿਆਦਾ ਨਹੀਂ ਸੀ ਉਹਦੇ ਵਿੱਚ ਗਏ ਕਿਸੇ ਨੂੰ ਲੈ ਕੇ ਗਏ। ਉਹਦੇ ਵਿੱਚ ਸਿਰਫ ਜਿਹੜੇ ਬਹੁਤ ਪ੍ਰੇਮੀ ਰੂਹਾਂ ਸੀਗੀਆਂ, ਤੜਫਦੀਆਂ ਸੀਗੀਆਂ, ਜਿਹੜੀਆਂ ਵਿਰਾਗੀ ਰੂਹਾਂ ਸੀਗੀਆਂ, ਤਕਰੀਬਨ ਸਿਮਰਨ ਕਰਨਾ ਬਹੁਤ ਚਾਹੁੰਦੀਆਂ ਸੀਗੀਆਂ। ਕਿੱਦਾਂ ਉਹਦੇ ਵਾਸਤੇ ਅਸੀਂ ਅਲੱਗ ਇਹ 4 ਦਿਨ ਜਿਹੜੇ ਸੀ ਕੈਂਪ ਦੇ ਬਣਾਏ ਸੀਗੇ, ਅਤੇ ਅਸੀਂ ਉੱਥੇ ਇਹ ਬੁਕਿੰਗ ਕੀਤੀ ਸੀਗੀ। ਕਾਫੀ ਖਰਚਾ ਵੀ ਆਇਆ ਸੀਗਾ ਉੱਥੇ। ਅਤੇ ਉਹ ਉਸ ਟਾਈਮ ਨੂੰ ਅੱਜ ਤਕਰੀਬਨ ਮੇਰਾ ਖਿਆਲ 14-15 ਸਾਲ ਹੋ ਗਏ ਆ ਇਸ ਗੱਲ ਨੂੰ। ਅਤੇ ਜਿਸ ਵੇਲੇ ਸੰਗਤ ਵਿੱਚ ਬਹੁਤ ਹੀ ਪ੍ਰੇਮੀਆਂ, ਉਸ ਕੈਂਪ ਦੇ ਵਿੱਚ ਜਿਸ ਵੇਲੇ ਸੰਗਤ ਵਿੱਚ ਬਹੁਤ ਹੀ ਪ੍ਰੇਮ ਵਾਲੀਆਂ ਰੂਹਾਂ ਸੀ, ਕੋਈ 35 ਜਾਂ 40 ਪ੍ਰਾਣੀ ਸੀਗੇ ਉੱਥੇ, ਹੈ ਨਾ। ਸਾਡੇ ਕੈਂਪ ਦਾ ਇੱਕੋ ਹੀ ਮਕਸਦ ਸੀ ਕਿ ਸਵਾਸਾਂ ਦੇ ਨਾਲ ਸਿਮਰਨ ਕਿਵੇਂ ਕਰਨਾ ਹੈ,
ਇਹੋ ਹੀ ਮਸਕਾ ਸੀਗਾ। ਇੱਕ ਦਿਨ ਵਰਾਗਮਈ ਕੀਰਤਨ ਵੀ ਹੋਇਆ। ਕੁਛ ਦਿਨ ਅਸੀਂ ਜਿੱਦਾਂ ਸਾਵਾਂ ਦੀਆਂ ਮੈਥਡ ਸਿਖਾਉਂਦੇ ਸੀ, ਤੇ ਫਿਰ ਇੱਕ ਦਿਨ ਵਰਾਗਮਈ ਫਿਰ ਕੀਰਤਨ ਦੀ ਵਾਰੀ ਸੀਗੀ। ਤੇ ਜਦੋਂ ਇਸ ਸਰੀਰ ਕੋਲੋਂ ਪਰਮੇਸ਼ਰ ਕੀਰਤਨ ਕਰਾਉਂਦਾ ਹੁੰਦਾ ਸੀਗਾ, ਤੇ ਫਿਰ ਬਸ ਜਾਂ ਪਰਮੇਸ਼ਰ ਜਾਣੇ ਤੇ ਜਾਂ ਫਿਰ ਇਸ ਬੱਚੇ ਦਾ, ਇਹ ਪ੍ਰਭੂ ਦੀ ਬੱਚੀ ਦਾ ਵਰਾਗ ਜਾਣੇ ਕਿ ਕਿੱਦਾਂ ਉਹ ਟਾਈਮ ਆਉਂਦਾ ਸੀ। ਜਿਵੇਂ ਕੀਰਤਨ ਦੇ ਵਿੱਚ ਇੱਦਾਂ ਹੁੰਦਾ ਸੀ ਕਿ ਹੁਣ ਮਤਲਬ ਕਿ ਇਹ ਵਿਛੋੜਾ ਸਿਆ ਹੀ ਨਹੀਂ ਜਾਂਦਾ, ਇੱਦਾਂ ਦਾ ਉਹ ਵਿਛੋੜਾ ਲੱਗਦਾ ਹੁੰਦਾ ਸੀ, ਇੱਦਾਂ ਦਾ ਉਹਦੇ 'ਚ ਪ੍ਰੇਮ ਪੈਦਾ ਹੋ ਜਾਂਦਾ ਸੀ। ਉਹ ਵਿਛੋੜਾ ਵੀ ਨਹੀਂ ਸੀ ਲੱਗਦਾ, ਉਹ ਵਿਛੋੜੇ ਤੋਂ ਵੀ ਇੱਕ ਮਹਾਨ ਪ੍ਰੇਮ। ਜਿੱਦਾਂ ਬੱਚੇ ਨੂੰ, ਸਾਡਾ ਵਿਛੜਿਆ ਹੋਇਆ ਬੱਚਾ ਮਾਂ ਤੋਂ, ਤੇ ਉਹਨੂੰ 20 ਸਾਲਾਂ ਬਾਅਦ ਜਵਾਨ ਬੱਚੇ ਦਾ ਪਤਾ ਲੱਗ ਜਾਏ ਵੀ ਖੁੰਝਾ ਹੋਇਆ ਬੱਚਾ ਮਿਲ ਗਿਆ, ਤੇ ਲੋਕੀ ਕਹਿਣਗੇ ਲੈ ਹੁਣ ਤੂੰ ਖੁਸ਼ ਹੋ, ਤੂੰ ਕਿਉਂ ਰੋਂਦੀ ਆ? ਤੇ ਮਾਂ ਉਸ ਬੱਚੇ ਨੂੰ ਜੱਫੀ 'ਚ ਲੈ ਕੇ ਤੇ ਬੱਚਾ ਵੀ ਰੋਈ ਜਾਣਗੇ, ਮਾਂ ਪੇ ਰੋਈ ਜਾਣਗੇ ਕਿ ਸਾਡਾ ਬੱਚਾ ਗਵਾਚਾ ਇੰਨੇ ਚਿਰ ਦਾ ਮਿਲ ਗਿਆ। ਇੱਦਾਂ ਦਾ ਵੀ ਇਹ ਪਰਮੇਸ਼ਰ ਦੇ ਮਿਲਾਪ ਦੇ ਨਾਲ ਵਰਾਗ ਆ, ਇੱਕ ਵਿਛੋੜੇ ਦਾ, ਇੱਕ ਮਿਲਾਪ ਦਾ। ਇਹ ਦੋ, ਇਹ ਉਹੀ ਜਾਣਦਾ ਜਿਹਨੂੰ ਮਿਲਿਆ ਹੋਇਆ ਆ। ਓਕੇ, ਤਾਂ ਇਹ ਵਾਰਤਾ ਤੁਸੀਂ ਸੁਣੋਗੇ ਨਾ ਕਿ ਕੀ ਹੋਇਆ। ਤਾਂ ਰੂਹਾਂ 35-40 ਸੀਗੀਆਂ, ਪੁਰਾਣੀ ਸਨ ਕੈਂਪ ਦਾ ਇੱਕੋ ਹੀ ਮਸਕਤ ਸੀ ਕਿ ਸਵਾਸਾਂ ਦੇ ਨਾਲ ਸਿਮਰਨ ਕਿਵੇਂ ਕਰਨਾ। ਤੇ ਇੱਕ ਦਿਨ ਵਰਾਗਮਈ ਕੀਰਤਨ, ਚੌਥੇ ਦਿਨ ਵਰਾਗਮਈ ਕੀਰਤਨ ਸੀਗਾ, ਤੇ ਤੀਜੇ ਦਿਨ ਸੀਗਾ ਵਰਾਗਮਈ ਕੀਰਤਨ। ਜਿਸ ਵੇਲੇ ਵਰਾਗ ਦੇ ਗੀਤ ਤੇ ਵਰਾਗਮਈ ਬਾਣੀ ਸ਼ੁਰੂ ਹੋਈ ਤੇ ਵਰਾਗੀ ਰੂਹਾਂ ਤੜਫ ਉੱਠੀਆਂ, ਹੈ ਨਾ। ਜਦੋਂ ਵਰਾਗੀ ਰੂਹਾਂ ਤੜਫ ਉੱਠੀਆਂ, ਉਸ ਵੇਲੇ ਇੰਜ ਪ੍ਰਤੀਤ ਹੁੰਦਾ ਸੀ ਜਿਵੇਂ ਅਰਸ਼ਾਂ ਤੋਂ ਦੇਵਤੇ ਫੁੱਲਾਂ ਦੀ ਵਰਖਾ ਵਰਾਗੀ ਰੂਹਾਂ ਉੱਤੇ ਕਰ ਰਹੇ ਹੋਣ। ਕੁਝ ਅਣਜਾਣ ਪ੍ਰਾਣੀ ਇੰਜ ਸਮਝਦੇ ਸੀ ਕਿ ਇਹ ਵਿਚਾਰੇ ਬੜੇ ਦੁਖੀ ਹਨ। ਵਿੱਚ ਕੁਛ ਥੋੜ੍ਹੇ ਜਿਹੇ ਅਣਜਾਣ ਵੀ ਸੀਗੇ, ਵਿਚਾਰੇ ਸਿੱਖਣ ਤਾਂ ਸਿਮਰਨ ਗਏ ਸੀ, ਸਾਡੇ ਕੋਲ ਬੁਕਿੰਗ ਤਾਂ ਸੀ ਉਹਨਾਂ ਦੀ, ਪਰ ਉਹਨਾਂ ਨੂੰ ਇੰਨਾ ਗਿਆਨ ਨਹੀਂ ਸੀ ਕਿ ਵਰਾਗ ਕੀ ਹੁੰਦਾ ਆ। ਤਾਂ ਉਹਨਾਂ ਦੀ ਹਾਲਤ ਇੱਦਾਂ ਦੀ ਹੋਈ, ਉਹਨਾਂ ਨੂੰ ਬਿਲਕੁਲ ਸਮਝ ਨਹੀਂ ਆ ਸਕਦੀ ਕਿ ਜਿੰਨਾ ਸੁੱਖ, ਜਿੰਨੀ ਖੁਸ਼ੀ ਦਾ ਆਨੰਦ ਇਹ ਰੂਹਾਂ ਮਾਣ ਰਹੀਆਂ ਹਨ, ਉਹਨਾਂ ਸੁੱਖ ਕਿਸੇ ਹੋਰ ਕੋਲ ਹੈ ਹੀ ਨਹੀਂ। ਤਾਂ ਹੋਇਆ ਕਿ ਸੰਗਤਾਂ ਦਾ ਵਰਾਗ ਇੰਨਾ ਸੀ ਕਿ ਕੰਟਰੋਲ ਨਹੀਂ ਹੋ ਰਿਹਾ ਸੀ। ਇਸ ਲਈ ਮੈਂ ਵੀ ਉਸ ਪੂਰੀ ਉਮਰ ਵਿੱਚ ਸੀ ਜਵਾਨ, ਪਰ 15-16 ਸਾਲਾਂ ਦੀ ਗੱਲ ਆ, ਮਗਰ ਮੈਂ ਸਟੇਜ ਦੇ ਉੱਤੇ ਸੀ ਤੇ ਬਾਕੀ ਸੰਗਤ ਸੀ ਸਾਰੀ, ਤੇ ਇੱਕ ਦੋ ਨਾਲ ਮਤਲਬ ਕਿ ਬੀਬੀਆਂ ਢੋਲਕੀ ਤੇ ਵਜਾ ਰਹੇ ਸੀਗੇ, ਕਰਤਾਲਾਂ ਵਗੈਰਾ ਛੈਣੇ, ਜੱਥਾ ਉੱਪਰ ਜਿੱਦਾਂ, ਬਾਕੀ ਸੰਗਤ ਸਾਰੀ ਸੀ। ਤੇ ਇਹਨਾਂ ਦੇ ਵਿੱਚ ਸੰਗਤਾਂ ਦੀ ਇਹ ਹਾਲਤ ਹੋ ਗਈ, ਇੰਨੀ ਹਾਲਤ ਹੋ ਗਈ ਕਿ ਸੰਗਤਾਂ ਦਾ ਵਰਾਗ ਇੰਨਾ ਸੀ ਕਿ ਕੰਟਰੋਲ ਨਹੀਂ ਹੋ ਰਿਹਾ ਸੀ ਤੇ ਬੇਹੋਸ਼ੀ ਦੀ ਹਾਲਤ ਬਣ ਗਈ ਸੀ। 8-10 ਰੂਹਾਂ ਦੀ ਐਸੀ ਹਾਲਤ ਹੋ ਗਈ ਸੀ ਕਿ ਹੁਣ ਪ੍ਰਾਣ ਹੀ ਨਿਕਲ ਜਾਣ, ਇੱਦਾਂ ਦੀ ਹਾਲਤ ਹੁੰਦੀ ਆ ਵਰਾਗ ਦੇ ਵਿੱਚ ਪਰਮੇਸ਼ਰ ਦੀ, ਜਦੋਂ ਤੜਫ ਪੈਦਾ ਹੁੰਦੀ ਆ। ਤੇ ਉਹ ਤੁਸੀਂ ਇਕੱਲੇ ਹੀ ਕਰ ਸਕਦੇ ਆ, ਤੇ ਜਾਂ ਫਿਰ ਜਿਹੜੀ ਪ੍ਰੇਮ ਵਾਲੀ ਸੰਗਤ ਹੋਵੇ, ਪੂਰੀ ਪ੍ਰੇਮ ਨਾਲ ਭਿੱਜੀ। ਉੱਥੇ ਜਿੰਦੇ ਸਾਡੇ ਕੁੰਡੇ ਲੱਗੇ ਸੀਗੇ, ਇੰਨੀਆਂ ਰੂਹਾਂ ਅਲੱਗ ਰਹਿੰਦੀਆਂ ਸੀਗੀਆਂ, ਆਪਣਾ ਸਿਰਫ ਵਰਾਗੀ ਸੀਗੀਆਂ, ਪਰ ਉਹਨਾਂ ਵਿੱਚ ਵਿਚਾਰੇ ਥੋੜ੍ਹੀ ਜਿਹੀ ਇੱਕ ਫੈਮਿਲੀ ਸੀ ਜਿਨ੍ਹਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਕੀ ਹੋ ਗਿਆ। ਤੇ ਦੇਖੋ ਕੀ ਹੋਇਆ ਕਿ ਇਸ ਤਰ੍ਹਾਂ ਦੀ ਹਾਲਤ ਬਣ ਗਈ, ਹਾਲਤ ਹੋ ਗਈ ਸੀ ਕਿ ਹੁਣ ਪ੍ਰਾਣ ਹੀ ਨਿਕਲ ਜਾਣ ਪ੍ਰਭੂ ਦੇ ਪ੍ਰੇਮ ਵਿੱਚ, ਤਾਂ ਹੀ ਪੂਰੀ ਖੁਸ਼ੀ ਹੋਵੇਗੀ। ਮੈਨੂੰ ਉਸ ਟਾਈਮ ਦੀ ਇੱਕ ਗੱਲ ਚੇਤੇ ਆਉਂਦੀ ਆ। ਇੱਕ ਬਜ਼ੁਰਗ ਮਾਤਾ ਸੀਗੀ ਸਾਡੀ ਬੀਬੀ, ਤੇ ਉਹਦੀ ਕੁੜੀ ਸੀ, ਉਹਦਾ ਨਾਂ ਸੀਗਾ ਮਨਜੀਤ ਤੇ ਕਰਮਜੀਤ, ਕੁੜੀਆਂ ਦੋ ਉਹਦੀਆਂ, ਤੇ ਉਹ ਬਹੁਤ ਪ੍ਰੇਮੀਆਂ ਸੀ, ਬਹੁਤ ਪ੍ਰੇਮਣਾ ਸੀ, ਤੇ ਉਹਨਾਂ ਨੂੰ ਇੰਨਾ ਵਰਾਗ ਸੀ ਜਿਹਦੀ ਹੱਦ ਨਹੀਂ। ਤੇ ਉਹ ਜਿਹੜੀ ਬੀਬੀ ਸੀ ਵਿਚਾਰੀ, ਹੈਗੀ ਤਾਂ ਉਹ ਵੀ ਪ੍ਰੇਮੀ ਸੀਗੀ, ਪਰ ਉਹ ਤਾਂ ਇੱਧਰ ਉੱਧਰ ਉਹ ਕੁੜੀਆਂ ਵੱਲ ਦੇਖੀ ਜਾਵੇ। ਤੇ ਮੈਂ ਤਾਂ ਸਟੇਜ 'ਤੇ ਸੀਗੀ, ਮੈਨੂੰ ਉਹ ਯਾਦ ਆਈ ਗੱਲ ਇਸ ਵੇਲੇ। ਤਾਂ ਉਹ ਦੇਖੀ ਜਾਵੇ ਤਾਂ ਘਬਰਾਵੇ ਵੀ ਮੇਰੀਆਂ ਕੁੜੀਆਂ ਖਰੇ ਮਰੇ ਨਾ ਜਾਣ, ਆ ਕੀ ਹੋ ਗਿਆ। ਤੇ ਉੱਤੋਂ ਸਟੇਜ ਤੋਂ ਫਿਰ ਇੰਨਾ ਦਵਕਾ ਪਰਮੇਸ਼ਰ ਦੇ ਰੂਹ ਦੇ ਨਾਲ ਹੀ ਮੇਰੇ ਤੋਂ ਭਰਿਆ ਉਹਨੂੰ ਵੱਜਿਆ, ਉਸ ਬੀਬੀ ਨੂੰ, ਗੈਟ ਆਊਟ ਹੋ ਜਾ ਇੱਥੋਂ ਬੀਬੀ, ਜੇ ਤੂੰ ਨਾ ਐਨਾ ਹੀ ਸੋਚਾਂ 'ਚ ਇੱਥੇ ਬੈਠੀ ਰਹਿਣਾ ਤਾਂ ਦੌੜ ਜਾ ਨਿਕਲ ਕੇ ਇਸ ਟਾਈਮ ਦੇ ਵਿੱਚੋਂ ਚਲੇ ਜਾ ਬਾਹਰ, ਇਹਨਾਂ ਨੂੰ ਟਿਕ ਲੈਣ ਦੇ ਜਿੱਥੇ ਜਾ ਰਹੀਆਂ, ਇਹਨਾਂ ਨੂੰ ਜਾਣ ਦੇ। ਉਹ ਬੀਬੀ ਵਿਚਾਰੀ, ਮੈਨੂੰ ਹਾਸਾ ਆਉਂਦਾ ਇਸ ਵੇਲੇ, ਉਹ ਬੀਬੀ ਵੀ ਬਜ਼ੁਰਗ ਸੀ, ਉਹ ਨਾ ਦਬਕਾ ਸੁਣ ਕੇ ਠੈਂਬਰ ਗਈ, ਉਹਨੇ ਅੱਖਾਂ ਬੰਦ ਕਰ ਲਈਆਂ ਆਪਣੀਆਂ, ਉਹਨਾਂ ਨੂੰ ਦੇਖਣ ਤੋਂ ਹਟ ਗਈ, ਆਪਣੀਆਂ ਕੁੜੀਆਂ ਨੂੰ ਆਪਣੇ ਆਪ 'ਚ ਵੜ ਗਈ। ਉਹ ਵੀ ਜੋ ਉਹਨਾਂ ਨਾਲ ਹੋ ਰਿਹਾ ਸੀਗਾ, ਸੋ ਹੀ ਉਹ ਬੀਬੀ ਨਾਲ ਵੀ ਹੋ ਗਿਆ।
ਉਸੇ ਆਨੰਦ 'ਚ ਉਹ ਭਿੱਜ ਗਈ, ਉਸੇ ਵੇਲੇ ਉਸੇ ਆਨੰਦ ਵਿੱਚ ਉਹ ਭਿੱਜ ਗਈ। ਉਹ ਵੀ ਉਸੇ ਤਰ੍ਹਾਂ ਰੂਹਾਂ ਦੀ ਤਰ੍ਹਾਂ ਵੀ ਬਾਪ ਪਰਮੇਸ਼ਰ ਦੇ ਅੱਗੇ ਵਰਾਗ ਤੇ ਹੰਝੂ, ਉਹਦੇ ਵੀ ਉਹਦੇ 'ਤੇ ਵੀ ਵੱਡੀ ਕਿਰਪਾ ਹੋ ਗਈ। ਉਸ ਵੇਲੇ ਉਹਦਾ ਵੀ ਮੈਨੂੰ ਉਹ ਵਿੱਚ ਮੈਨੂੰ ਯਾਦ ਆ ਗਈ ਉਹਦੀ ਵਿਚਾਰੀ ਦੀ ਸਟੋਰੀ। ਇਸ ਤਰ੍ਹਾਂ ਹੋਇਆ ਸੀਗਾ। ਅਤੇ ਹੋਰ ਕੀ ਉੱਥੇ ਹੋਇਆ, ਇਸ ਤਰ੍ਹਾਂ ਦੀ ਵਾਰਤਾ ਉਸ ਵੇਲੇ ਕੁਝ ਸੰਗਤ 'ਚੋਂ ਪੁਰਾਣੀ। ਅੱਛਾ ਹਾਂ, ਫਿਰ ਕੀ ਹੋਇਆ ਜਦੋਂ ਇੱਦਾਂ ਦੀ ਹਾਲਤ ਹੋ ਗਈ ਕਿ ਹੁਣ ਪ੍ਰਾਣ ਹੀ ਨਿਕਲ ਜਾਣ ਤਾਂ ਪ੍ਰਭੂ ਦੇ ਪ੍ਰੇਮ ਵਿੱਚ ਤਾਂ ਹੀ ਪੂਰੀ ਖੁਸ਼ੀ ਹੋਊਗੀ। ਇੱਦਾਂ ਲੱਗਦਾ ਹੁੰਦਾ ਕਿ ਹੁਣ ਜਾਨ ਨਿਕਲ ਜਾਵੇ ਤਾਂ ਹੀ ਪੂਰੀ ਖੁਸ਼ੀ ਮਿਲਣੀ ਆ, ਹੈ ਨਾ। ਜੇ ਉਸ ਵੇਲੇ ਕੁਝ ਸੰਗਤ ਵਿੱਚੋਂ ਪ੍ਰਾਣੀ ਉਹਨਾਂ ਤੋਂ ਡਰਦੇ ਹੋਏ ਕੈਂਪ ਵਿੱਚੋਂ ਬਾਹਰ ਭੱਜ ਗਏ। ਇੱਦਾਂ ਹੋਇਆ, ਇੱਕ ਫੈਮਿਲੀ ਸੀ, ਹਸਬੈਂਡ ਵਾਈਫ, ਉਹਨਾਂ ਦੇ 3 ਬੱਚੇ ਸੀਗੇ ਛੋਟੇ, ਬਾਹਲੇ ਛੋਟੇ ਨਹੀਂ ਸੀਗੇ। ਉਹ ਡਰ ਗਏ ਬਹੁਤ। ਉਹ ਸਾਰੀ ਸੰਗਤ 'ਚੋਂ 40 ਜਣਿਆਂ 'ਚੋਂ ਇੱਕ ਫੈਮਿਲੀ ਸੀ, ਉਹ ਡਰ ਗਏ ਵੀ ਇਹ ਕੀ ਹੋ ਗਿਆ। ਇੱਕ ਕਿਸੇ ਹੋਰ ਦਾ ਵੀ ਮੁੰਡਾ ਸੀਗਾ, 3 ਤੇ 2 5 ਜਣੇ ਉਹ ਸੀਗੇ। ਇੱਕ ਕਿਸੇ ਹੋਰ ਦਾ ਛੋਟਾ ਜਿਹਾ ਮੁੰਡਾ ਵੀ ਟੈਂਪਰਿਆ ਜਿਹਾ ਸੀ ਉਹਨਾਂ ਦੇ ਕੋਲ ਬੈਠਾ, ਪਤਾ ਨਹੀਂ ਮੈਨੂੰ ਕਿਹਦਾ ਸੀ। ਉਹ ਉਹਨਾਂ ਨੂੰ ਵੀ ਬਾਹੋਂ ਫੜ ਕੇ ਤੇ ਨਾਲ ਜੋ ਭੱਜੇ। ਇਹ ਸਾਡੀ ਹੱਡ ਬੀਤੀ ਸਟੋਰੀ ਆ, ਹੱਡ ਬੀਤੀ ਸਟੋਰੀ ਆ। ਉਹਨਾਂ ਨੂੰ ਬਾਹੋਂ ਮੁੰਡੇ ਨੂੰ ਵੀ ਉਹ ਫੜ ਲਿਆ, ਆਪਣੇ ਵੀ ਬੱਚੇ ਚੱਕੇ ਜਿਉਂ ਦੌੜੇ। ਉਸ ਸਾਲ ਦੇ ਵਿੱਚੋਂ ਉਹਨਾਂ ਨੂੰ ਭੱਜੇ ਜਾਂਦੇ ਨੂੰ ਰਾਹ ਨਾ ਲੱਭੇ ਵਿਚਾਰਿਆਂ ਨੂੰ, ਵੀ ਦੌੜ ਇੱਥੇ ਕੀ ਪਾਣਾ ਵਰਤ ਗਿਆ ਉਹ ਤਿਆਡਿਆਂ ਦੀ, ਇਹ ਕੀ ਹੋ ਗਿਆ। ਤਾਂ ਉਹ ਵਿਚਾਰੇ ਜਿਹੜੇ ਸੀਗੇ ਸੰਗਤ ਵਿੱਚੋਂ ਪੁਰਾਣੀ, ਉਹਨਾਂ ਤੋਂ ਡਰਦੇ ਹੋਏ ਕੈਂਪ ਵਿੱਚੋਂ ਬਾਹਰ ਭੱਜ ਗਏ ਅਤੇ ਸੋਚਣ ਲੱਗੇ ਕਿਤੇ ਇਹਨਾਂ ਨੂੰ ਖਬਰੇ ਕਿਹੜੇ ਭੂਤ ਚਿੰਬੜ ਗਏ ਹਨ, ਕਿਤੇ ਸਾਨੂੰ ਨਾ ਚਿੰਬੜ ਜਾਣ। ਹੁਣ ਵੀ ਜਦੋਂ ਪ੍ਰਭੂ ਦੀਆਂ ਜਿਹੜੇ ਨਾ, ਜਦੋਂ ਆਪਾਂ ਚਰਚ ਵਿੱਚ ਜਾਂਦੇ ਹਾਂ, ਜਿਹੜੇ ਪ੍ਰਭੂ ਦੇ ਅਸਲੀ ਜਿਹੜੇ ਪ੍ਰੇਮੀ ਆ, ਉਹ ਪ੍ਰਭੂ ਦੇ ਪ੍ਰੇਮ 'ਚ ਨੱਚਦੇ ਆ, ਮਸਤ ਹੋ ਜਾਂਦੇ ਜਦੋਂ ਵਰਸ਼ਿਪ ਹੁੰਦੀ ਆ। ਅਤੇ ਜਿਹੜੇ ਅਣਜਾਣ ਆ ਉਹ ਕਹਿੰਦੇ ਇਹਨਾਂ ਨੂੰ ਖਰੇ ਭੂਤ ਚਿੰਬੜ ਗਏ ਆ। ਪਰ ਜਿਨ੍ਹਾਂ ਨੂੰ ਭੂਤ ਚਿੰਬੜੇ, ਕਿਉਂਕਿ ਉਹ ਵੀ ਇੱਦਾਂ ਦਾ, ਉਹਨਾਂ ਦੇ ਵੀ ਹੱਥ ਇੱਦਾਂ ਕਰਦੇ ਆ, ਉਹ ਵੀ ਚੀਕਾਂ ਨਾਰੇ ਮਾਰਦੇ ਚੀਕਾਂ ਨਾਰੇ ਉਹਨਾਂ ਦੇ ਹੱਥ, ਤੇ ਉਹ ਆਪਣੇ ਵਾਲ ਪੱਟਦੇ ਆ, ਉਹ ਪਾਸਟਰਾਂ ਨੂੰ ਗਾਲਾਂ ਕੱਢਦੇ ਆ, ਉਹ ਕਹਿੰਦੇ ਉਹ ਚੀਕਾਂ ਮਾਰਦੇ, ਵਾਲ ਖਿਲਾਰਦੇ ਆ। ਉਹਨਾਂ ਦੀ ਹਾਲਾਤ ਅਤੇ ਪ੍ਰੇਮੀਆਂ ਦੀ ਹਾਲਾਤ ਡਿਫਰੈਂਸ ਹੁੰਦੀ ਆ। ਪਰ ਜਿਹੜੇ ਅਣਜਾਣ ਆ ਉਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਪਤਾ ਲੱਗਦਾ। ਉਹ ਕਈ ਵਾਰੀ ਸਾਡੇ ਵਰਗਿਆਂ ਨੂੰ ਸੋਚਣ ਲੱਗ ਜਾਂਦੇ ਇਹਨਾਂ ਨੂੰ ਤਾਂ ਭੂਤ ਚਿੰਬੜ ਗਏ ਆ, ਹੈਂ ਇਹ ਤਾਂ ਨੱਚਣ ਲੱਗ ਪਏ ਆ, ਇਹ ਤਾਂ ਕੰਬੀ ਜਾਂਦੇ ਆ, ਹਿੱਲੀ ਜਾਂਦੇ ਆ। ਜਦੋਂ ਪਰਮੇਸ਼ਰ ਦਾ ਸਾਮਰਥ ਉਤਰਦਾ ਆ ਤੇ ਬਾਡੀ ਕੰਟਰੋਲ 'ਚ ਰਹਿੰਦੀ ਨਹੀਂਗੀ, ਕਰਦਿਆਂ ਨਹੀਂ ਰਹਿੰਦੀ, ਕਿਉਂਕਿ ਇੱਡਾ ਸਾਮਰਥ ਆ ਉਹਦਾ। ਜਦੋਂ ਅੱਗ ਦੀਆਂ ਜੀਭਾਂ ਲੱਗਦੀਆਂ ਦਿਖਾਈ ਦਿੱਤੀਆਂ ਤੇ ਹਨੇਰੀ ਦਾ ਸੂਕਾ ਸੁਣਿਆ, ਤੇ ਕਿਸ ਤਰ੍ਹਾਂ ਦੀ ਉੱਥੇ ਵਾਰਤਾ ਹੋਈ ਸੀਗੀ, ਕਿਸ ਤਰ੍ਹਾਂ ਦੀ ਵਾਰਤਾ ਰਸੂਲ 2 ਦੇ ਵਿੱਚ ਪੜ੍ਹਿਓ, ਹੈ ਨਾ। ਕਿੱਥੇ ਵੀ ਪਰ ਪਰਮੇਸ਼ਰ ਦੀ, ਤਾਂ ਉਹ ਉੱਥੇ ਦੀ ਮੈਨੂੰ ਯਾਦ ਆ ਕਿ ਵਿਚਾਰੇ ਉਹ ਸੋਚਣ ਲੱਗੇ ਇਸੇ ਤਰ੍ਹਾਂ ਵੀ ਇਹ ਸਾਨੂੰ ਖਰੇ ਭੂਤ ਹੀ ਚਿੰਬੜ ਗਏ, ਸਾਨੂੰ ਨਾ ਚਿੰਬੜ ਜਾਣ, ਅਸੀਂ ਇੱਥੋਂ ਭੱਜ ਜਾਈਏ। ਅਤੇ ਉਹ ਨਹੀਂ ਸੀ ਜਾਣਦੇ। ਅਤੇ ਅੱਜ ਵੀ ਇੱਦਾਂ ਦੇ ਹੈਗੇ ਕਈ ਵਾਰੀ ਲੋਕ ਇਸ ਤਰ੍ਹਾਂ ਦੇ ਹੈਗੇ ਆ। ਬਹੁਤ ਦੇਰ ਦੀ ਗੱਲ ਆ, ਜਦੋਂ ਅਸੀਂ ਨਵੇਂ ਪ੍ਰਭੂ ਦੇ ਵਿੱਚ ਆਏ, ਹਜੇ ਬਹੁਤ ਹੀ ਥੋੜ੍ਹੀਆਂ ਦਿਨਾਂ ਦੀਆਂ ਵੀਕਾਂ ਦੀ ਗੱਲ ਸੀ ਥੋੜ੍ਹੇ, ਅਤੇ ਅਸੀਂ ਚਰਚ ਦੇ ਵਿੱਚ ਗਏ, ਅਤੇ ਉਸ ਚਰਚ ਦੇ ਵਿੱਚ ਜਿਹੜਾ ਪਾਸਟਰ ਦਾ ਨਾਂ ਐਜ਼ਕ ਆ, ਹੁਣ ਵੀ ਹੈਗੇ ਆ। ਅਤੇ ਉਹਨਾਂ ਨੇ ਮੈਂ ਕਿਹਾ ਮੈਂ ਪਾਸਟਰ ਜੀ ਪ੍ਰਾਰਥਨਾ ਕਰਾਉਣੀ ਆ, ਅਤੇ ਉਹ ਕਹਿੰਦੇ ਹਾਂਜੀ ਕਾਹਦੇ ਵਾਸਤੇ। ਮੈਂ ਕਿਹਾ ਬਸ ਮੈਂ ਪਰਮੇਸ਼ਰ ਨੂੰ ਦੇਖਣਾ ਚਾਹੁੰਦੀ, ਮੈਂ ਪਰਮੇਸ਼ਰ ਵਿੱਚ ਭੇਦ ਹੋਣਾ ਚਾਹੁੰਦੀ, ਮੈਂ ਪਰਮੇਸ਼ਰ ਨੂੰ ਮੰਗਦੀ ਹਾਂ। ਬਸ ਮੈਨੂੰ ਮੇਰੇ 'ਤੇ ਪਰਮੇਸ਼ਰ ਇਹ ਕਿਰਪਾ ਕਰੇ ਕਿ ਮੈਂ ਪਰਮੇਸ਼ਰ ਦਾ ਸੁਭਾਅ ਮੇਰੇ ਵਿੱਚ ਆ ਜਾਵੇ, ਬਸ ਮੇਰੇ 'ਤੇ ਕਿਰਪਾ ਹੀ ਦਇਆ ਹੋ ਜਾਵੇ। ਅਤੇ ਠੀਕ ਆ। ਅਤੇ ਜਦੋਂ ਪ੍ਰਾਰਥਨਾ ਕੀਤੀ ਅਤੇ ਕਰਦਿਆਂ ਸਾਰ ਮੇਰੀ ਬੇਟੀ ਵੀ ਨਾਲ ਹੀ ਗਈ ਹੋਈ ਸੀ, ਮੇਰੀ ਬਹੂ ਵੀ, ਅਤੇ ਮੇਰੀ ਤਾਂ ਹਾਲਤ ਹੋ ਗਈ ਬੱਲੇ। ਤਾਂ 4-5 ਜਣੇ ਮੈਨੂੰ ਫੜਨ, ਛਾਲਾਂ ਮਾਰਾਂ, ਅਤੇ ਉਹ ਵਿੱਚ ਜਿਹੜੀ ਅਣਜਾਣ ਪਾਸਟਰ ਜਿਹੜੇ ਸੀਗੇ ਨਿੱਕੇ ਮੋਟੀਆਂ ਜਿਹੀਆਂ, ਉਹ ਜੀ ਮੇਰੇ 'ਤੇ ਹੱਥ ਆਉਣ ਨੇੜੇ, ਫੜਨ ਨੂੰ, ਹੱਥ ਰੱਖਣ ਨੂੰ, ਕਹਿਣਾ ਪ੍ਰਗਟ ਹੋ ਗਈ ਆ ਅੱਜ ਹੋ ਗਈ ਭੂਤ ਪ੍ਰਗਟ, ਅੱਜ ਹੋ ਗਿਆ। ਅਤੇ ਇੱਕ ਆਈ ਬੀਬੀ, ਅਤੇ ਉਹ ਮੈਨੂੰ ਕਹੇ ਨਿਕਲ ਇਹ 'ਚੋਂ ਨਿਕਲ। ਉਹ ਮੇਰੇ ਵਿੱਚੋਂ ਆਤਮਾ ਨੇ ਬੋਲਿਆ ਦੌੜ ਜਾ ਇੱਥੋਂ, ਕੋਈ ਨਹੀਂ ਇੱਥੋਂ ਨਿਕਲਣ ਵਾਲਾ, ਮਸੀਹ ਵੜਿਆ ਜਿਹਨੇ ਵੜਨਾ ਸੀਗਾ, ਦੌੜ ਜਾ ਇੱਥੋਂ ਤੂੰ। ਮੇਰੇ ਵਿੱਚੋਂ ਦੀ ਪਰਮੇਸ਼ਰ ਇੱਦਾਂ ਬੋਲਿਆ, ਕਹਿੰਦੇ ਭੱਜ ਜਾ ਇੱਥੋਂ, ਜਿਹੜਾ ਇਹਦੇ 'ਚ ਵੜਿਆ ਉਹ ਨਿਕਲਣ ਵਾਲਾ ਨਹੀਂ, ਤੂੰ ਭੱਜ ਇੱਥੋਂ। ਅਤੇ ਆ ਜਿਹੜਾ ਪਾਸਟਰ ਸੀ ਉਹ ਸੀ ਜਾਵੇ, ਉਹਨੇ ਫਿਰ ਬਾਅਦ ਵਿੱਚ ਕਿਹਾ ਕਿ ਇਸ ਬੀਬੀ ਦੇ ਉੱਤੇ ਬਹੁਤ ਵੱਡੀ, ਮੇਰੀ ਵਿਚਾਰੀ ਬੇਟੀ ਜਿਹੜੀ ਮੇਰੀ ਬਹੂ
ਬੇਟੀ ਵਿਚਾਰੀ ਰੋਵੇ ਵੀ ਹਾਏ ਮੇਰੀ ਮੰਮੀ ਨੂੰ ਕੀ ਹੋ ਗਿਆ, ਮੇਰੀ ਮੰਮੀ ਨੂੰ ਕੀ ਹੋ ਗਿਆ। ਪਹਿਲੀ ਵਾਰੀ ਦੀ ਮੈਨੂੰ ਇਹ ਚੇਤਾ ਇੱਦਾਂ ਹੈਪਨ ਹੋਇਆ ਸੀਗਾ ਇੱਥੇ ਬਿਸਪਰਮ। ਅਤੇ ਉਸ ਵੇਲੇ ਇਹ ਜਿਸ ਤਰ੍ਹਾਂ ਹੁਣ ਵੀ ਮੈਨੂੰ ਹਾਸਾ ਆਉਂਦਾ ਹੁੰਦਾ ਵੀ ਪਰਮੇਸ਼ਰ ਕਹਿੰਦਾ ਮੋਹ ਤਾਂ ਮਸੀਂ ਵੜਿਆ, ਸ਼ੁਕਰ ਕਰਦੀ ਹਾਂ ਮੇਰੇ ਤੂੰ ਵੜਿਆ, ਅਤੇ ਉਹ ਕਹੇ ਨਿਕਲ ਨਿਕਲ। ਅਤੇ ਜਿਹਨਾਂ ਨੂੰ ਨਹੀਂ ਪਤਾ, ਭਾਵ ਕਹਿਣ ਤੋਂ ਮੇਰਾ ਕਿ ਜਿਹਨੂੰ ਨਹੀਂ ਪਤਾ, ਉਹ ਅੱਜ ਵੀ ਜਿਹੜੇ ਪਰਮੇਸ਼ਰ ਦੇ ਬੱਚੇ ਆ, ਮਾੜਾ ਮਾੜਾ ਜਦੋਂ ਉਹਨਾਂ ਦੇ ਪਰਮੇਸ਼ਰ ਦੀ ਵਰਸ਼ਿਪ ਦੇ ਨਾਲ ਉਹ ਨੱਚਦੇ ਆ, ਝੂਮਦੇ ਆ ਅਤੇ ਉਹ ਮਸਤ ਹੁੰਦੇ ਆ, ਅਤੇ ਉਹ ਕਈ ਵਾਰੀ ਉਹਨਾਂ 'ਚ ਭੂਤ ਸੋਚਣ ਲੱਗ ਜਾਂਦੇ, ਇਹਨਾਂ ਨੂੰ ਭੂਤ ਖਰੇ ਇਹਨਾਂ ਦੇ ਵਿੱਚ ਚੀਜ਼ਾਂ ਪ੍ਰਗਟ ਹੋ ਗਈਆਂ, ਕਿਉਂਕਿ ਉਹਨਾਂ 'ਚ ਆਪਣੇ 'ਚ ਹੋਂਦ ਹੁੰਦੀ ਨਹੀਂ। ਉਹ ਦੂਜਿਆਂ ਨੂੰ ਉਸ ਨਿਗਾਹ ਨਾਲ ਦੇਖਦੇ ਆ ਜਿਹੜੀ ਉਹਨਾਂ ਦੀ ਆਪਣੀ ਦ੍ਰਿਸ਼ਟੀ ਆ। ਅਤੇ ਜਿਸ ਤਰ੍ਹਾਂ ਇੱਕ ਸ਼ਰਾਬੀ ਆ ਅਤੇ ਉਹ ਕਿਤੇ ਰਾਤ ਕੋਈ ਸੁੱਤਾ ਪਿਆ, ਕੋਈ ਬੰਦਾ ਪਿਆ ਸੀਗਾ ਚਰਸਤੇ ਦੇ ਉੱਤੇ, ਕੋਈ ਪਿਆ ਸੀਗਾ, ਉਹਦੇ ਕੋਲ ਦੀ ਇੱਕ ਸ਼ਰਾਬੀ ਲੰਘਿਆ ਅਤੇ ਉਹਨੇ ਸੋਚਿਆ ਇਹ ਸਾਰੀ ਰਾਤ ਪੀਂਦਾ ਰਿਹਾ ਆ ਅਤੇ ਹੁਣ ਸਵੇਰੇ ਸਾਰ ਸੁੱਤਾ ਇੱਥੇ ਪਿਆ ਆ, ਇੱਥੇ ਮਤਲਬ ਕਿ ਸੁੱਤਾ ਪਿਆ ਆ। ਅਤੇ ਮਤਲਬ ਕਿਸੇ ਦਰਿਆ ਦੇ ਕੰਢੇ 'ਤੇ ਉਹ ਸੁੱਤਾ ਪਿਆ ਸੀਗਾ, ਰਾਤ ਸਮਾਧੀ ਲਾਈ ਹੋ। ਕੋਈ ਇਸੇ ਤਰ੍ਹਾਂ ਹੀ ਚੋਰ ਲੰਘਿਆ ਅਤੇ ਚੋਰ ਕਹਿੰਦਾ ਸਾਰੀ ਰਾਤ ਚੋਰੀ ਕਰਦਾ ਰਿਹਾ ਹੋਣਾ ਆ ਅਤੇ ਹੁਣ ਇਹ ਸਵੇਰਾ ਅਤੇ ਹੁਣ ਸੌਂ ਗਿਆ ਆ। ਫਿਰ ਉੱਥੋਂ ਦੀ ਕੋਈ ਪ੍ਰਭੂ ਦਾ ਦਾਸ ਲੰਘਿਆ, ਪ੍ਰਭੂ ਦਾ ਸੇਵਕ ਲੰਘਿਆ ਅਤੇ ਉਹ ਕਹਿੰਦਾ ਸਾਰੀ ਰਾਤ ਸਿਮਰਨ ਕਰਦਾ ਰਿਹਾ ਹੋਣਾ ਆ ਅਤੇ ਹੁਣ ਸਵੇਰੇ ਸਾਰੇ ਇਹ ਆਣ ਕੇ ਸੌਂ ਗਿਆ ਆ। ਭਾਵ ਕਿ ਜੋ ਅਸੀਂ ਖੁਦ ਹੁੰਦੇ ਸਾਨੂੰ ਉਹ ਦੂਜਿਆਂ ਦੇ ਵਿੱਚ ਦਿਸਦਾ ਆ। ਗੱਲ ਇੰਨੀ ਆ, ਜੋ ਅਸੀਂ ਹੈਗੇ ਉਹ ਹੀ ਸਾਨੂੰ ਦੂਜਿਆਂ 'ਚ ਨਜ਼ਰ ਆਊਗਾ। ਜੇ ਅਸੀਂ ਕਪਟੀ ਤਾਂ ਸਾਨੂੰ ਦੂਜਿਆਂ 'ਚ ਕਪਟ, ਜੇ ਅਸੀਂ ਚੰਗੇ ਤਾਂ ਸਾਨੂੰ ਦੂਜਿਆਂ 'ਚ ਚੰਗਾਪਨ। ਤਾਂ ਇਸ ਤਰ੍ਹਾਂ ਦੀ ਇਹ ਵਾਰਤਾ ਸਾਡੇ ਨਾਲ ਉਦੋਂ ਉੱਥੇ ਹੋਈ ਸੀਗੀ। ਅਤੇ ਇਹ ਵਾਰਤਾ ਤਾਂ ਸੁਣਾਈ ਹੈ ਪ੍ਰੇਮੀ ਜਿਨ੍ਹਾਂ ਨੂੰ ਇਸ ਵਿਛੋੜੇ ਦਾ ਦੁੱਖ ਅਜੇ ਪੂਰਾ ਨਹੀਂ ਲੱਗਾ। ਉਹ ਪੁਰਾਣੀ ਇਸ ਤਰ੍ਹਾਂ ਦੇ ਵਾਹਿਗੁਰੂ ਦੇ ਪ੍ਰੇਮੀਆਂ ਨੂੰ ਗਲਤ ਸਮਝ ਕੇ ਮਖੌਲ ਕਰਦੇ ਹਨ। ਸੋ ਐਸੀ ਤੜਫ ਵਾਲੇ ਜੋ ਜਨ ਪਰਮੇਸ਼ਰ ਦੇ ਹੁੰਦੇ ਹਨ, ਉਹ ਤੇ ਵਾਹਿਗੁਰੂ ਦੀ ਪਰਮੇਸ਼ਰ ਦੀ ਪ੍ਰਭੂ ਦੀ ਗੋਦ ਦੇ ਨੰਨੇ ਬੱਚੇ ਹੁੰਦੇ ਹਨ। ਉਹਨਾਂ ਦਾ ਮਖੌਲ ਉਡਾਉਣਾ ਜਾਂ ਉਹਨਾਂ ਨਾਲ ਈਰਖਾ ਰੱਖਣੀ ਤਾਂ ਇਹ ਤਾਂ ਅਸਮਾਨ ਨੂੰ ਤੀਰਨ ਮਾਰਨ ਵਾਲੀ ਗੱਲ ਹੈ। ਸੋ ਉਹ ਸਰਸਨੇ ਅਗਾਸ ਨੂੰ ਫਿਰ ਮੱਥੇ ਆਵੇ ਅਤੇ ਦੁਹੀ ਸਰਾਹੀ ਜਰਦਲੂ ਬੇਮੁਖ ਪਛਤਾਵੇ। ਆਹ ਦੇਖੋ ਲਿਖਿਆ ਹੋਇਆ ਆ। ਤਾਂ ਇਸ ਤਰ੍ਹਾਂ ਪਰਮੇਸ਼ਰ ਜਿਹੜਾ ਆ ਇਹ ਕਹਿੰਦਾ ਆ ਕਿ ਇਹ ਬਹੁਤ ਹੀ ਸਾਡਾ ਮਾੜਾ ਕਰਮ ਬਣ ਜਾਂਦਾ ਹੈ ਜੇ ਅਸੀਂ ਪਰਮੇਸ਼ਰ ਦੇ ਪਿਆਰਿਆਂ ਨੂੰ ਕਦੀ ਵੀ ਇਸ ਮਾੜੇ ਕਰਮ ਕੀਤੇ ਦੀ ਹਾਲੇਲੂਇਆ ਜੋ ਵਾਹਿਗੁਰੂ ਦੀ ਕਦੀ ਵੀ ਇਸ ਮਾੜੇ ਕਰਮ ਕੀਤੇ ਦੀ ਮਾਫੀ ਨਹੀਂ ਦਿੰਦੇ। ਹਾਲੇਲੂਇਆ। ਜਿੰਨਾ ਚਿਰ ਇਹ ਸਾਡਾ ਮਾੜਾ ਕਰਮ ਆ ਸਾਡੇ ਵਿੱਚੋਂ ਇਹ ਨਿਕਲ ਜਾਵੇ, ਸਾਨੂੰ ਮਾਫੀ ਪਰਮੇਸ਼ਰ ਹੀ ਦੇ ਸਕਦਾ। ਕਿ ਯਿਸੂ ਮਸੀਹ ਤੋਂ ਸਿਵਾ ਸਾਨੂੰ ਕੋਈ ਮਾਫੀ ਵੀ ਨਹੀਂ ਦੇ ਸਕਦਾ। ਇਹੋ ਸਭ ਤੋਂ ਵੱਡਾ ਪਾਪ ਹੈ ਜੋ ਪ੍ਰਭੂ ਦੇ ਪਿਆਰਿਆਂ ਦਾ ਮਖੌਲ ਉਡਾਵੇ ਜਾਂ ਉਹਨਾਂ ਨਾਲ ਮਨ ਤੋਂ ਦੁਸ਼ਮਣੀ ਰੱਖੇ। ਜੋ ਪ੍ਰਭੂ ਦੇ ਵਿਰਾਗੀ ਜਿਹੜੇ ਪ੍ਰਭੂ ਦੇ ਵਿਰਾਗੀ ਆ ਨਾ, ਉਹਨਾਂ ਦਾ ਜਿੰਨਾ ਸਤਿਕਾਰ ਕਰ ਸਕਦੇ ਆ ਉਤਨਾ ਥੋੜ੍ਹਾ ਆ। ਜਿੰਨਾ ਪ੍ਰੇਮ ਉਹਨਾਂ ਦੀ ਸੰਗਤ ਨਾਲ ਕਰੋਗੇ, ਉਹਨਾਂ ਦੀ ਸੰਗਤੀ ਕਰੋਗੇ ਤਾਂ ਪਰਮੇਸ਼ਰ ਤੁਹਾਡੇ ਉੱਤੇ ਉਨੀ ਹੀ ਮਿਹਰ ਦੀ ਵਰਖਾ ਕਰਨਗੇ। ਪ੍ਰਭੂ ਪ੍ਰੇਮ ਦੇ ਵਿਰਾਗੀ ਜਨ ਖੁਸ਼ੀ ਵਿੱਚ ਐਸੇ ਬਸਮਾਦ ਹੋ ਜਾਂਦੇ ਹਨ। ਉਹ ਕਦੀ ਉਸ ਦੇ ਪ੍ਰੇਮ ਵਿੱਚ ਐਸਾ ਹੱਸਦੇ ਹਨ ਕਿ ਲੋਕਾਂ ਨੂੰ ਉਹਨਾਂ ਦਾ ਹਾਸਾ ਵੀ ਇਉਂ ਲੱਗਦਾ ਆ ਵੇਖਣ ਵਾਲੇ ਨੂੰ ਕਿ ਖਬਰੇ ਪਾਗਲ, ਉਹਨਾਂ ਨੂੰ ਪੂਰਾ ਪਾਗਲ ਹੀ ਸਮਝਣਗੇ, ਕਿਉਂਕਿ ਉਹਨਾਂ ਦਾ ਹਾਸਾ ਵੀ ਕੰਟਰੋਲ ਨਹੀਂ ਹੁੰਦਾ। ਕਦੀ ਐਸੀ ਵਾਰਤਾ ਬਣਦੀ ਹੈ ਜੋ ਰੋਜ਼ ਨਹੀਂ ਬਣ ਜਾਂਦੀ। ਆਮ ਲੋਕਾਂ ਨੂੰ ਬਿਲਕੁਲ ਪਾਗਲਾਂ ਦੀ ਤਰ੍ਹਾਂ ਹੀ ਲੱਗੇਗਾ। ਇਹ ਅਣਜਾਣ ਲੋਕੀ ਉਹਨਾਂ ਦੇ ਹਾਸੇ ਤੋਂ ਵੀ ਡਰ ਜਾਂਦੇ ਹਨ ਅਤੇ ਸਮਝਦੇ ਹਨ ਖਬਰੇ ਇੱਥੇ ਕਿਹੜਾ ਭੂਤ ਆ ਕੇ ਹੱਸਣ ਲੱਗ ਪਿਆ। ਸੋ ਪ੍ਰੇਮੀ ਜਨੋ, ਜਿਹੜੇ ਰੱਬ ਦੇ ਦਾਸ ਪਿਆਰੇ ਹੁੰਦੇ ਉਹ ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾਏ ਤੇ ਪਰਵਾਹ ਨਾ ਹੀ ਕਿਸੇ ਕਿਹੜੀ ਬਾਝ ਸੱਚੇ ਨਾ ਆਏ। ਉਹਨਾਂ ਨੂੰ ਪ੍ਰਭੂ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਹੁੰਦੀ। ਉਹ ਪ੍ਰੇਮੀ ਜਨ ਬੇਪਰਵਾਹ ਹੁੰਦੇ ਹਨ। ਉਹ ਨਾ ਕਿਸੇ ਤੋਂ ਡਰਦੇ ਤੇ ਨਾ ਕਿਸੇ ਨੂੰ ਡਰਾਉਂਦੇ। ਉਹ ਕਦੀ ਵੀ ਕਿਸੇ ਦਾ ਬੁਰਾ ਨਹੀਂ ਸੋਚਦੇ। ਉਹ ਕੋਈ ਉਹਨਾਂ ਦਾ ਬੁਰਾ ਸੋਚੇ ਤਾਂ ਫਿਰ ਉਹ ਉਹਨਾਂ ਦਾ ਵੀ ਭਲਾ ਮੰਗਦੇ ਹਨ। ਜਦੋਂ ਵੀ ਪ੍ਰਭੂ ਚਰਨਾਂ ਵਿੱਚ ਜੁੜਨ ਦੀ ਕਿਸੇ ਵਿਰਲੇ ਜਨ 'ਤੇ ਮਿਹਰ ਹੋ ਜਾਵੇ ਤਾਂ ਉਹ ਆਪ ਹੀ ਉਹਦੇ ਆਨੰਦ ਨੂੰ ਜਾਣਦਾ ਹੈ। ਉਸ ਆਨੰਦ ਦੀ ਝਾਲ ਝੱਲੀ ਨਹੀਂ ਜਾਂਦੀ। ਇਸ ਕਰਕੇ ਉਸ ਵੇਲੇ ਉਹਨਾਂ 'ਤੇ ਜੋ ਮਿਹਰ ਹੁੰਦੀ ਹੈ ਉਹਨਾਂ ਨੂੰ ਦੁਨੀਆਦਾਰੀ ਦੇ ਬੰਦੇ ਨਹੀਂ ਜਾਣ ਸਕਦੇ। ਉਸ ਵੇਲੇ ਦੀਆਂ ਅੱਜ ਤੋਂ ਇੰਨੇ ਪੁਰਾਣੀਆਂ ਗੱਲਾਂ ਲਿਖੀਆਂ ਹੋਈਆਂ ਇਸ ਬੁੱਕ ਦੇ ਵਿੱਚ ਸੀਗੀਆਂ। ਉਹਦੇ ਵਿੱਚ ਬਹੁਤ ਵੱਡੀ ਆ, ਕਾਪੀ ਆ, ਬਾਹਲੀ ਵੱਡੀ ਵੀ ਨਹੀਂ ਗੀ। ਅਤੇ ਇਹ ਗੱਲਾਂ ਇਹਦੇ ਵਿੱਚੋਂ ਤੁਹਾਨੂੰ ਸੁਣਾਈਆਂ ਆ ਪੜ੍ਹ ਕੇ।
ਇਸ ਤਰ੍ਹਾਂ ਦੀ ਵਾਰਤਾ ਸਾਡੇ ਨਾਲ ਬੀਤੀ ਸੀ। ਦੇਖੋ ਜੀ 34 ਮਿੰਟ ਫਿਰ ਵੀ ਹੋ ਗਏ ਆ, ਅਤੇ ਆਪਾਂ ਇੱਦਾਂ ਕਰਦੇ ਹਾਂ ਕਿ ਹੁਣ ਆਪਾਂ ਇੱਕ ਚੈਪਟਰ ਉਹ ਪੜ੍ਹ ਹੋਇਆ ਹੈ, ਛੋਟਾ ਹੀ ਚੈਪਟਰ ਸੀ, ਅਤੇ ਇੰਨੇ ਚਿਰ ਵਿੱਚ ਇਹਦਾ ਮਾੜਾ ਮੋਟਾ ਜਿੰਨਾ ਵੀ ਪਰਮੇਸ਼ਰ ਨੇ ਕਰਵਾ ਲਿਆ ਆ। ਜਿੰਨੀਆਂ ਗਲਤੀਆਂ ਉਹ ਸਾਨੂੰ ਖਿਮਾ ਕਰੂਗਾ ਪਰਮੇਸ਼ਰ, ਸਾਡੀਆਂ ਗਲਤੀਆਂ ਵੱਲ ਨਹੀਂ ਦੇਖੂਗਾ, ਉਹ ਜ਼ਰੂਰ ਸਾਡੀਆਂ ਗਲਤੀਆਂ ਉੱਤੇ ਮਿੱਟੀ ਪਾਉਂਦਾ ਆ, ਅਤੇ ਸਾਡੇ ਚੰਗੇ ਗੁਣਾਂ ਨੂੰ ਉਹ ਸਾਂਭ ਕੇ ਆਪਣੀ ਝੋਲੀ ਵਿੱਚ ਰੱਖਦਾ ਆ। ਪਰਮੇਸ਼ਰ ਸਭ ਦੇ ਉੱਤੇ ਦਇਆ ਕਰੇ, ਸਭ ਦੇ ਉੱਤੇ ਇੰਨੀ ਕਿਰਪਾ ਕਰੇ ਕਿ ਜਿੰਨੇ ਵੀ ਇਹਨਾਂ ਬਚਨਾਂ ਨੂੰ ਵਾਰ-ਵਾਰ ਸੁਣਨ, ਹਰ ਘਰ ਦੇ ਵਿੱਚ ਬਚਨ ਜਾਣ, ਇਹਨਾਂ ਬਚਨਾਂ ਨੂੰ ਕਿ ਇਹ ਅਸੀਂ ਆਪਣੇ ਸੂਰਾਂ ਨੂੰ, ਆਪਣੇ ਕੁੱਤਿਆਂ ਨੂੰ ਅੰਦਰੋਂ ਅਸੀਂ ਕੱਢੀਏ, ਅਸੀਂ ਉਹਨਾਂ ਨੂੰ ਇਹ ਭੋਜਨ ਪਰਮੇਸ਼ਰ ਦਾ ਨਾਂ ਦਈਏ, ਇਹ ਅਸੀਂ ਹੀਰੇ ਮੋਤੀ ਉਹਨਾਂ ਨੂੰ ਨਾ ਵੰਡੀਏ, ਉਹਨਾਂ ਨੂੰ ਹੋਰ ਤਕੜੇ ਲੂਸੀਫਰ ਤੇ ਸ਼ੈਤਾਨ ਦੀਆਂ ਫੌਜਾਂ ਨੂੰ ਇਹ ਖਿਲਾ ਕੇ ਭੋਜਨ ਤਕੜੇ ਨਾ ਕਰੀਏ, ਤੇ ਫਿਰ ਪਰਮੇਸ਼ਰ ਸਾਡੇ ਤੇ ਦਇਆ ਕਰੂਗਾ। ਸਾਡੇ ਅੰਦਰ ਪਰਮੇਸ਼ਰ ਦੇ ਗੁਣ ਹੋਣਗੇ, ਅਸੀਂ ਪਰਮੇਸ਼ਰ ਦੇ ਕਦਮਾਂ ਦੇ ਪਿੱਛੇ ਚੱਲ ਸਕਾਂਗੇ, ਅਸੀਂ ਪਰਮੇਸ਼ਰ ਦੀ ਬਾਣੀ ਦੇ ਨਾਲ ਪਿਆਰ ਕਰ ਸਕਾਂਗੇ, ਸਾਰਿਆਂ ਦੇ ਘਰਾਂ ਦੇ ਵਿੱਚ ਸ਼ਾਂਤੀ ਆਵੇ, ਪ੍ਰੇਮ ਆਵੇ, ਪਰਮੇਸ਼ਰ ਦਾ ਭੈ ਆਵੇ, ਦਇਆ ਆਵੇ, ਸਵਰਗਾਂ ਦੀਆਂ ਖਿੜਕੀਆਂ ਖੁੱਲ੍ਹ ਜਾਣ, ਹਰ ਬਰਕਤ ਆਵੇ, ਹਰ ਭੂਤ ਪ੍ਰੇਤ ਦੀ ਛਾਇਆ ਨਾਸ ਹੋਵੇ, ਪਤੀ ਪਤਨੀ ਦੇ ਵਿੱਚ ਪਿਆਰ ਹੋਵੇ, ਬੱਚਿਆਂ ਦਾ ਤਾਂ ਮਾਪਿਆਂ ਦਾ ਆਪਸ ਵਿੱਚ ਪਿਆਰ ਹੋਵੇ, ਭੈਣਾਂ ਭਰਾਵਾਂ ਦਾ ਆਪਸ ਵਿੱਚ ਪਿਆਰ ਹੋਵੇ। ਹਾਲੇਲੂਇਆ। ਪਰਮੇਸ਼ਰ ਦਇਆ ਕਰੇ, ਇਹਨਾਂ ਬਚਨਾਂ ਨੂੰ ਸਵੀਕਾਰ ਕਰੇ, ਮੇਰਾ ਪਰਮੇਸ਼ਰ ਦਇਆ ਕਰੇ, ਮਿਹਰ ਕਰੇ। ਸਾਡੀ ਪ੍ਰਾਰਥਨਾ ਪਰਮੇਸ਼ਰ ਤੇਰੇ ਹਜ਼ੂਰ ਸੁਗੰਧੀ ਵਾਂਗੂ ਠਹਿਰੇ, ਸਾਡੇ ਹੱਥਾਂ ਦਾ ਉਠਾਉਣਾ ਸਾਂਝ ਦੀ ਸਵੇਰ ਵਰਗਾ ਹੋਵੇ। ਇਹ ਮੇਰੇ ਪਿਤਾ, ਜਿੰਨੇ ਬੱਚੇ ਤੇਰੀਆਂ ਰੂਹਾਂ ਸੁਣਨ, ਉਹਨਾਂ ਦੇ ਮਨ ਛਿੱਤ ਜਾਣ, ਅਤੇ ਉਹਨਾਂ ਦੇ ਘਰ ਬਰਕਤਾਂ ਅਤੇ ਸ਼ਾਂਤੀ ਨਾਲ ਭਰ ਜਾਣ, ਅਕਲ ਅਤੇ ਮੱਤ ਦੇ ਨਾਲ ਭਰ ਜਾਣ। ਯਿਸੂ ਨਾਸਰੀ ਪਿਤਾ, ਤੇਰਾ ਪਿਆਰਾ ਨਾਮ, ਤੇਰਾ ਮਿੱਠਾ ਨਾਮ, ਹਾਲੇਲੂਇਆ ਹਾਲੇਲੂਇਆ। ਮੇਰੇ ਪਰਮੇਸ਼ਰ ਸਵਰਗੀ ਪਿਤਾ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਜਾਵੇ, ਜਿਹੜੀ ਸਵਰਗ 'ਚ ਮਰਜ਼ੀ ਪੂਰੀ ਹੁੰਦੀ ਉਹ ਧਰਤੀ ਉੱਤੇ ਵੀ ਹੋਵੇ। ਸਾਡੇ ਪਾਪਾਂ ਨੂੰ ਮਾਫ਼ ਕਰੋ, ਸਾਡੇ ਕਰਜ਼ਿਆਂ ਨੂੰ ਮਾਫ਼ ਕਰੋ, ਅਸੀਂ ਵੀ ਆਪਣੇ ਹਰ ਕਰਜ਼ਾਈ ਨੂੰ ਮਾਫ਼ ਕਰਦੇ ਹਾਂ। ਅਸੀਂ ਮੂੰਹ ਤੋਂ ਨਾ ਕਹੀਏ, ਅਸੀਂ ਦਿਲੋਂ ਮਾਫ਼ ਕਰੀਏ। ਅਸੀਂ ਐਵੇਂ ਪਖੰਡ ਦੀ ਤਰ੍ਹਾਂ ਬੋਲ ਕੇ ਇਸ ਸਪੀਟ ਦੀ ਤਰ੍ਹਾਂ ਨਾ ਲੰਘ ਜਾਈਏ, ਅਸੀਂ ਵੀ ਮਾਫ਼ ਕਰਦੇ ਹਾਂ, ਕਹੀਏ ਹੀ ਨਾ, ਅਸੀਂ ਕਰੀਏ, ਤਾਂ ਅਸੀਂ ਵੀ ਮਾਫ਼ ਕਰੀਏ। ਸਵਰਗੀ ਪਿਤਾ, ਰੋਜ਼ ਦੀ ਰੋਟੀ ਸਾਨੂੰ ਅੱਜ ਦੇ, ਸਾਨੂੰ ਪਰਤਾਵੇ ਵਿੱਚ ਨਾ ਲਿਆਈ, ਸਗੋਂ ਹਰ ਬਲਾ ਤੋਂ ਬਚਾਈ। ਸਾਨੂੰ ਪਰਤਾਵੇ ਵਿੱਚ ਨਾ ਲਿਆਈ, ਸਗੋਂ ਹਰ ਬਲਾ ਤੋਂ ਬਚਾਈ, ਹਰ ਬਲਾ ਤੋਂ ਬਚਾਈ ਮੇਰੇ ਪਿਤਾ, ਹਰ ਬਲਾ ਤੋਂ ਸਭ ਨੂੰ ਬਚਾਈ। ਸਰੋਤਿਆਂ ਨੂੰ, ਸੁਣਨ ਵਾਲਿਆਂ ਨੂੰ ਬਚਾਈ, ਇਹ ਬਚਨ ਪੜ੍ਹਨ ਵਾਲਿਆਂ ਨੂੰ ਬਚਾਈ, ਇਹ ਬਚਨ ਸੁਣਨ ਵਾਲਿਆਂ ਨੂੰ ਬਚਾਈ। ਪ੍ਰਭੂ ਯਿਸੂ ਮਸੀਹ, ਤੇਰੇ ਨਾਮ 'ਚ ਮੰਗਿਆ ਇਹ ਮੇਰੇ ਪਿਤਾ, ਤੇਰਾ ਪਿਆਰਾ ਪੁੱਤਰ, ਇਕਲੌਤਾ ਬੇਟਾ ਯਿਸੂ ਨਾਸਰੀ, ਪਿਆਰਾ ਪੁੱਤਰ ਯਿਸੂ ਨਾਸਰੀ, ਯਿਸੂ ਨਾਸਰੀ ਦੇ ਨਾਮ 'ਚ, ਮੁਕਤੀ ਦਾਤੇ ਦੇ ਨਾਮ 'ਚ, ਜਿੰਦੇ ਪਰਮੇਸ਼ਰ ਦੇ ਨਾਮ 'ਚ ਮੰਗਿਆ, ਔਰ ਅਸੀਂ ਪਾ ਲਿਆ। ਆਮੀਨ, ਆਮੀਨ।